ਅਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ ਧਰ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਇ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸੁਨ ਬਹਿਲੋ ਮਾਨੀ ਗੁਰਬਾਨੀ ਕਰਨ ਲਗਿਓ ਤਿਮ ਜਥਾ ਬਖਾਨੀ। ਸੁਨ ਬਹਿਲੋ ਮਾਨੀ ਗੁਰਬਾਨੀ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਈਮਾਨ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ। ਗੁਰਬਾਣੀ ਜੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਟੂਟੀ ਗੰਢ ਨਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ।
ਹਜੂਰ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਆਪ ਰੱਬ ਧਰਤੀ ਤੇ ਆਏ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿੱਖ ਜਗਤ ਦੇ ਉੱਤੇ ਦੋ ਬਹੁਤੇ ਵੱਡੇ ਮਹਾਨ ਉਪਕਾਰਜ ਕੀਤੇ ਜੀ। ਉਂਝ ਤੇ ਮਹਾਰਾਜ ਨੇ ਬੜਾ ਭਲਾ ਕੀਤਾ। ਗੁਰੂ ਸਾਹਿਬ ਜੀ ਦਾ ਇੱਕ ਇੱਕ ਖਿਣ ਜਿਹੜਾ ਹੈ ਉਹ ਸਾਡੇ ਭਲੇ ਵਾਸਤੇ ਹੈ। ਪਰ ਦੋ ਬਹੁਤ ਮਹਾਨ ਕਾਰਜ ਸੱਚੇ ਪਾਤਸ਼ਾਹ ਜੀ ਨੇ ਕੀਤੇ। ਇੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਿਰਮਾਣ, ਦੂਜਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਵਾਜ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਲਿਖਵਾਇਆ ਮਹਾਰਾਜ ਜੀ ਨੇ। ਇਹਨਾਂ ਦੋਵਾਂ ਕਾਰਜਾਂ ਦਾ ਸੁੱਖ ਰਹਿੰਦੀ ਦੁਨੀਆ ਤੱਕ ਸਿੱਖ ਜਗਤ ਨੇ ਮਾਣਦੇ ਰਹਿਣਾ। ਇਕੱਲੇ ਸਿੱਖ ਜਗਤ ਨੇ ਨਹੀਂ, ਇਸ ਸੰਸਾਰ ਦੇ ਵਿੱਚ ਜਿਹੜਾ ਵੀ ਰੱਬ ਦੇ ਰਸਤੇ ਤੇ ਤੁਰਨ ਵਾਲਾ ਪੁਰਸ਼ ਹੈ ਉਹ ਇਹਨਾਂ ਦੋਵਾਂ ਕਾਰਜਾਂ ਦਾ ਸਦਾ ਹੀ ਲਾਭ ਲੈਂਦਾ ਰਹੇਗਾ ਜੀ। ਬਹੁਤ ਮਹਾਨ ਕਾਰਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦੀ ਖੁਦਵਾਈ ਹੋ ਰਹੀ ਹੈ। ਆਪ ਜੀ ਨੇ ਸਰਵਣ ਕੀਤਾ। ਬਹੁਤ ਮਹਾਨ ਮਹਾਨ ਗੁਰੂ ਕੇ ਸਿੱਖ ਆ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਸੇਵਾਵਾਂ ਕਰਕੇ, ਸੇਵਾ ਕਰਦਿਆਂ ਕਰਦਿਆਂ ਹੀ ਬ੍ਰਹਮ ਗਿਆਨੀ ਦੀ ਦਾਤ ਜਿਹੜੀ ਹੈ ਉਹ ਪ੍ਰਾਪਤ ਕਰ ਗਏ ਜੀ। ਉਹਨਾਂ ਵਿੱਚੋਂ ਭਾਈ ਮੰਝ ਜੀ ਦਾ, ਭਾਈ ਬਹੌੜਾ ਜੀ ਦਾ, ਭਾਈ ਭਗਤੂ ਜੀ ਦਾ ਜੀਵਨ ਆਪ ਜੀ ਨੇ ਸਰਵਣ ਕੀਤਾ ਜੀ। ਹੁਣ ਭਾਈ ਬਹਿਲੋ ਜੀ ਦਾ ਜੀਵਨ ਆਪਾਂ ਸਰਵਣ ਕਰ ਰਹੇ ਹਾਂ। ਭਾਈ ਬਹਿਲੋ ਜੀ ਨੂੰ ਗੁਰੂ ਸਾਹਿਬ ਨੇ ਖੁਦ 3 ਵਾਰ ਸੱਦਾ ਦੇ ਕੇ ਭੇਜਿਆ ਵੀ ਭਾਈ ਬਹਿਲੋ ਤੂੰ ਸਾਡਾ ਹੈ ਤੇ ਸਾਡੇ ਕੋਲ ਆ ਜਾ। ਭਾਈ ਬਹਿਲੋ ਜੀ ਨਹੀਂ ਮੰਨੇ ਜੀ। ਬੰਦੇ ਦਾ ਸੁਭਾਅ ਹੁੰਦਾ ਹੈ, ਜਿੰਨਾ ਚਿਰ ਤੱਕ ਕੁਝ ਵਰਤਦਾ ਵੇਖ ਨਾ ਲਵੇ ਬੰਦੇ ਨੂੰ ਭਰੋਸਾ ਨਹੀਂ ਵੱਜਦਾ ਜੀ। ਭਾਈ ਬਹਿਲੋ ਜੀ ਨੂੰ ਭਰੋਸਾ ਨਾ ਵੱਜਿਆ। ਜਦੋਂ ਗੁਰੂ ਸਾਹਿਬ ਨੇ ਅਗਲੇ ਪਿਛਲੇ ਜਨਮਾਂ ਦੀ ਸੋਝੀ ਕਰਾਈ, ਭਾਈ ਬਹਿਲੋ ਜੀ ਦੇ ਹੱਥ ਜੁੜ ਗਏ ਜੀ। ਆਪਣੇ ਪੀਰ ਦਾ ਸਾਰਾ ਹੀ ਕਾਰ ਵਿਹਾਰ ਛੱਡ ਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਹਾਜ਼ਰ ਹੋਏ। ਗੁਰੂ ਸਾਹਿਬ ਨੇ ਭਾਈ ਬਹਿਲੋ ਜੀ ਨੂੰ ਸੇਵਾ ਦੀ ਦਾਤ ਬਖਸ਼ੀ ਜੀ। ਸੇਵਾ ਦੇ ਵਿੱਚ ਲਾਉਣਾ ਇਹ ਵੀ ਗੁਰੂ ਸਾਹਿਬ ਜੀ ਦੀ ਦਾਤ ਹੈ। ਜਿੱਥੇ ਸਿਮਰਨ ਦਾਤ ਹੈ ਨਾ, ਉੱਥੇ ਸੇਵਾ ਦੇ ਵਿੱਚ ਲਾਉਣਾ ਵੀ ਗੁਰੂ ਜੀ ਦੀ ਵੱਡੀ ਦਾਤ ਹੈ। ਚੇਤਾ ਰੱਖਿਓ, ਕਿਸੇ ਨੂੰ ਪ੍ਰਸ਼ਾਦਾ ਪਕਾਉਣ ਦੀ ਸੇਵਾ ਮਿਲ ਜੇ, ਕਿਸੇ ਨੂੰ ਝਾੜੂ ਮਾਰਨ ਦੀ ਸੇਵਾ ਮਿਲ ਜੇ, ਕਿਸੇ ਨੂੰ ਕਥਾ ਕਰਨ ਦੀ, ਕਿਸੇ ਨੂੰ ਕੀਰਤਨ ਕਰਨ ਦੀ, ਕਿਸੇ ਨੂੰ ਬਾਣੀ ਪੜ੍ਹਨ ਦੀ, ਕਿਸੇ ਨੂੰ ਚਾਦਰਾਂ ਧੋਣ ਦੀ, ਕਿਸੇ ਨੂੰ ਵਿਛਾਉਣ ਦੀ, ਇਹ ਸਾਰੀਆਂ ਹੀ ਸੇਵਾਵਾਂ ਗੁਰੂ ਜੀ ਦੀਆਂ ਦਾਤਾਂ ਹਨ। ਗੱਜ ਕੇ ਆਖੋ ਵਾਹਿਗੁਰੂ। ਇਹ ਸਭ ਸੇਵਾਵਾਂ ਗੁਰੂ ਜੀ ਦੀਆਂ ਦਾਤਾਂ ਹਨ। ਜਦੋਂ ਕੋਈ ਗੁਰੂ ਦਾ ਪਿਆਰਾ ਪਿਆਰ ਨਾਲ ਸੇਵਾ ਕਰ ਲੈਂਦਾ ਹੈ, ਇਹਨਾਂ ਸੇਵਾਵਾਂ ਨੂੰ ਕਰਦਿਆਂ ਕਰਦਿਆਂ ਹੀ ਬੰਦਾ ਬ੍ਰਹਮ ਗਿਆਨ ਤੱਕ ਪਹੁੰਚ ਜਾਂਦਾ ਹੈ। ਤੁਸਾਂ ਨੇ ਸੁਣਿਆ ਭਾਈ ਬਹਿਲੋ ਜੀ ਨੇ ਫਿਰ ਸੇਵਾ ਵਿੱਚ ਕਮਾਲ ਕਰ ਦਿੱਤੀ ਜੀ, ਕਮਾਲ ਕਰ ਦਿੱਤੀ। ਮਹਾਰਾਜ ਸੱਚੇ ਪਾਤਸ਼ਾਹ ਦਿਹਾੜੀ ਦਿੰਦੇ ਸਨ ਭਾਈ ਬਹਿਲੋ ਜੀ ਨੂੰ ਜੀ। ਭਾਈ ਬਹਿਲੋ ਜੀ ਨੇ ਦਿਹਾੜੀ ਲੈ ਕੇ ਇੱਕ ਪਾਸੇ ਰੱਖ ਲੈਣੀ, ਆਪ ਮੰਗ ਕੇ ਪ੍ਰਸ਼ਾਦਾ ਛਕਣਾ। ਮਹਾਰਾਜ ਨੇ ਕਿਹਾ ਸੀ ਭਾਈ ਬਹਿਲੋ ਲੰਗਰ ਚੋਂ ਨਹੀਂ ਛਕਣਾ। ਭਾਈ ਬਹਿਲੋ ਜੀ ਨੇ ਮੰਗ ਕੇ ਪ੍ਰਸ਼ਾਦਾ ਛਕਣਾ। ਉਹਦੇ ਵਿੱਚੋਂ ਵੀ ਇੰਨਾ ਵਧੀਆ ਜੀਵਨ ਭਾਈ ਬਹਿਲੋ ਜੀ ਦਾ ਜੋ ਮੰਗ ਕੇ ਪ੍ਰਾਪਤ ਹੋਇਆ ਨਾ, ਉਹਦੇ ਵਿੱਚੋਂ ਵੀ ਗੁਰੂ ਸਾਹਿਬ ਦੇ ਲੇਖੇ ਦਾ ਕੱਢਣਾ ਜੀ, ਗੁਰੂ ਸਾਹਿਬ ਦੇ ਹਿੱਸੇ ਦਾ ਕੱਢਣਾ। ਕਮਾਲ ਹੈ। ਵੇਖੋ, ਭੁੱਖ ਲੱਗੀ ਹੋਵੇ ਸਿਰੇ ਦੀ, ਬੰਦੇ ਨੂੰ ਪ੍ਰਸ਼ਾਦਾ ਮਿਲੇ, ਉਹਨੂੰ ਕਿਸੇ ਦਾ ਵੀ ਚੇਤਾ ਨਹੀਂ ਆਉਂਦਾ ਜੀ। ਸਭ ਤੋਂ ਵੱਧ ਪਿਆਰਾ ਬੰਦੇ ਨੂੰ ਆਪਣਾ ਪੇਟ ਹੁੰਦਾ ਹੈ ਜੀ। ਇਹਦੀ ਨਾ ਪੂਰਤੀ ਹੋਵੇ ਜੋ ਮਰਜ਼ੀ ਹੋਵੇ, ਸਾਧ ਸੰਗਤ ਜੀ ਬੰਦੇ ਦਾ ਧਿਆਨ ਭਜਨ ਵਿੱਚ ਵੀ ਨੀਚੇ ਲੱਗਦਾ। ਗੱਜ ਕੇ ਆਖੋ ਵਾਹਿਗੁਰੂ। ਭੁੱਖੇ ਭਗਤ ਨਾ ਕੀਜੈ, ਜਹ ਮਾਲਾ ਆਪਣੀ ਲੀਜੈ। ਭਗਤਾਂ ਨੇ ਕਹਿ ਦਿੱਤਾ ਜੀ। ਭਾਈ ਬਹਿਲੋ ਜੀ ਨੇ ਕਮਾਲ ਕੀਤੀ ਜੀ। ਤੁਸਾਂ ਸੁਣਿਆ, ਆਵੇ ਦੇ ਵਿੱਚ ਇੱਟਾਂ ਪਕਾਉਣ ਵਾਸਤੇ ਕਿਸੇ ਪ੍ਰੇਮੀ ਗੁਰਸਿੱਖ ਨੇ ਭਾਈ ਬਹਿਲੋ ਜੀ ਨੂੰ ਦੱਸਿਆ, ਭਾਈ ਬਹਿਲੋ ਜੀ ਜੇ ਕਿਤੇ ਪਸ਼ੂਆਂ ਦੀ ਵਿਸ਼ਟਾ, ਗੋਹਾ, ਲਿੱਦ ਉਹ ਲਾਗੇ ਲਾਗੇ ਪੈ ਜੇ, ਉਹਦਾ ਸੇਕ ਮਿਲੇ, ਇੱਟਾਂ ਬਹੁਤ ਪੱਕਣਗੀਆਂ।
ਭਾਈ ਬਹਿਲੋ ਜੀ ਨੇ ਪ੍ਰੇਮੀ ਸਿੱਖ ਲਏ ਨਾਲ, ਪਰਵਾਹ ਨਹੀਂ ਕੀਤੀ ਭਾਈ ਬਹਿਲੋ ਜੀ ਨੇ, ਤੇ ਸਿਰ ਤੇ ਟੋਕਰੀ ਰੱਖੀ, ਗੋਹਾ ਲਿੱਦ ਇਹ ਸਾਰਾ ਕੁਝ ਚੁੱਕ ਕੇ ਲਿਆ ਕੇ ਤੇ ਸਾਧ ਸੰਗਤ ਜੀ ਆਵੇ ਦੇ ਵਿੱਚ ਪਾਉਣਾ ਜੀ। ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਜਾਣ ਗਏ। ਭਾਈ ਬਹਿਲੋ ਜੀ ਨੇ ਬਹੁਤਾ ਹੀ ਮਨ ਮਾਰ ਕੇ ਇਹ ਸੇਵਾ ਕੀਤੀ। ਸੰਗਤ ਜੀ ਇਹ ਬਿਨਾਂ ਮਨ ਮਾਰਨ ਤੋਂ ਇਹੋ ਜਿਹੇ ਕੰਮ ਨਹੀਂ ਹੁੰਦੇ ਜੀ। ਜਿੰਨਾ ਚਿਰ ਬੰਦਾ ਮਨ ਨਾ ਮਾਰੇ ਉਹਨਾਂ ਚਿਰ ਤੱਕ ਇਹ ਕੰਮ ਹੀ ਨਹੀਂ ਹੋ ਸਕਦੇ ਜੀ। ਹਾਂਜੀ, ਬੜੇ ਬੜੇ ਗੁਰਸਿੱਖਾਂ ਦਾ ਜੀਵਨ ਹੈ। ਕਈ ਵਾਰੀ ਸੁਣ ਕੇ ਪੜ੍ਹ ਕੇ ਅਸਚਰਜ ਹੋ ਜਾਈਦਾ ਵੀ ਧੰਨ ਹੈ ਸੱਚੇ ਪਾਤਸ਼ਾਹ ਤੋਂ, ਧੰਨ ਹੈ। ਇੱਕ ਗੁਰਸਿੱਖ ਦੀ ਜੇ ਮੈਂ ਤੁਹਾਨੂੰ ਗੱਲ ਆਖਾਂ, ਸਟੇਜ ਤੇ ਉਹ ਗੱਲ ਸੁਣਾਉਣ ਲੱਗਿਆਂ ਵੀ ਹੋਰ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਹੜੀ ਸੇਵਾ ਉਹਨੇ ਕੀਤੀ ਜੀ। ਹਾਂਜੀ ਪਿਆਰਿਓ, ਬਾਥਰੂਮ ਜਿਹੜੇ ਨੇ ਉਹ ਬਹੁਤ ਗੰਦੇ, ਕੋਈ ਉਸ ਪਾਸੇ ਨੂੰ ਜਾਣਦਾ ਹੀ ਆ ਨਾ ਕਰੇ। ਤੇ ਇੱਕ ਮਾਈ ਨੇ ਆਪਣੇ ਹੱਥਾਂ ਨਾਲ ਜਦੋਂ ਉਹਦੀ ਸੇਵਾ ਕੀਤੀ ਨਾ ਜੀ, ਵੇਖ ਕੇ ਸਾਰਿਆਂ ਦੇ ਹੱਥ ਜੁੜ ਗਏ ਜੀ। ਇੰਨਾ ਮਨ ਮਾਰਿਆ ਜੀ, ਇੰਨਾ ਜ਼ਿਆਦਾ ਮਨ ਮਾਰ ਕੇ ਸੇਵਾ ਕਰਨੀ, ਇਹ ਗੁਰੂ ਜੀ ਦੀ ਮਿਹਰ ਤੋਂ ਬਗੈਰ ਨਹੀਂ ਹੋ ਸਕਦਾ ਜੀ। ਹਾਂਜੀ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਮਨ ਉਹਨਾਂ ਚਿਰ ਵਸ 'ਚ ਹੀ ਨਹੀਂ ਆਉਂਦਾ ਜੀ। ਮਨ ਦਾ ਸੁਭਾਅ ਹੈ ਇਹਨੇ ਵਿਗੜਿਆ ਹੀ ਰਹਿਣਾ ਜੀ। ਮਹਾਰਾਜ ਕਹਿੰਦੇ ਉਦੋਂ ਵਸ ਵਿੱਚ ਆਉਂਦਾ ਜਦੋਂ ਪੂਰੀ ਪੂਰੀ ਗੁਰੂ ਸਾਹਿਬ ਦੀ ਕਿਰਪਾ ਹੁੰਦੀ, ਬਖਸ਼ਿਸ਼ ਹੁੰਦੀ ਹੈ। ਭਾਈ ਬਹਿਲੋ ਜੀ ਨੇ ਕਮਾਲ ਹੀ ਕਰ ਦਿੱਤੀ ਜੀ। ਹੁਣ ਭਾਈ ਬਹਿਲੋ ਜੀ ਦੀ ਸਾਖੀ ਸੁਣ ਲਈ। ਅਰਦਾਸ ਕਰੋ ਮਹਾਰਾਜ ਆਪ ਜੀ ਦੀ ਸੇਵਾ ਕਰਨ ਦਾ ਸਾਡਾ ਮਨ ਬਣੇ ਸੱਚੇ ਪਾਤਸ਼ਾਹ। ਵੱਡੀ ਤੋਂ ਵੱਡੀ, ਤਗੜੀ ਤੋਂ ਤਗੜੀ ਸੇਵਾ ਕਰਨ ਦਾ ਮਹਾਰਾਜ ਸਾਡਾ ਮਨ ਬਣੇ। ਅਸੀਂ ਤੇ ਸੰਗਤ ਜੀ ਥੋੜ੍ਹਾ ਜਿਹਾ ਹੀ ਕਰਕੇ ਤੇ ਮਹਿਸੂਸ ਕਰ ਲੈਂਦੇ ਹਾਂ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਕਿਰਪਾ ਕਰਨ। ਬਹੁਤ ਪ੍ਰੇਮ ਨਾਲ ਭਾਈ ਬਹਿਲੋ ਜੀ ਨੇ ਸੇਵਾ ਕੀਤੀ। ਇੱਕ ਦਿਨ ਫਿਰ ਲੰਗਰ ਦੇ ਵਿੱਚ ਸਾਧ ਸੰਗਤ ਜੀ ਰਸਤਾਂ ਸਵਾਈਆਂ ਹੋ ਗਈਆਂ। ਸਿੱਖ ਨੇ ਦੱਸਿਆ ਮਹਾਰਾਜ ਅੱਜ ਲੰਗਰ ਨਹੀਂ ਤਿਆਰ ਹੋਣਾ। ਭਾਈ ਬਹਿਲੋ ਜੀ ਸੰਗਤ 'ਚ ਬੈਠੇ ਸਨ। ਮਹਾਰਾਜ ਕਹਿਣ ਲੱਗੇ ਭਾਈ ਪ੍ਰੇਮੀਓ ਅੱਜ ਕੋਈ ਸਿੱਖ ਲੰਗਰ ਦਾ ਖਰਚਾ ਚੁੱਕੇ। ਭਾਈ ਬਹਿਲੋ ਜੀ ਹੱਥ ਜੋੜ ਕੇ ਖਲੋ ਗਏ। ਸੱਚੇ ਪਾਤਸ਼ਾਹ ਜਿੰਨੀਆਂ ਦਿਹਾੜੀਆਂ ਤੁਸੀਂ ਮੈਨੂੰ ਦਿੱਤੀਆਂ ਮੈਂ ਅੱਗੇ ਤੁਹਾਡਾ ਦਿੱਤਾ ਖਾਨਾ, ਉਹ ਮਾਇਆ ਨਹੀਂ ਚਾਹੀਦੀ, ਸਾਰੀ ਲੰਗਰ ਵਿੱਚ ਲਾ ਲਓ ਸੱਚੇ ਪਾਤਸ਼ਾਹ। ਮਹਾਰਾਜ ਭਾਈ ਬਹਿਲੋ ਨੂੰ ਕਹਿੰਦੇ ਭਾਈ ਬਹਿਲੋ ਤੂੰ ਧੰਨ ਹੈ, ਤੇਰੇ ਅੰਦਰ ਮਾਇਆ ਦਾ ਲੋਭ ਵੀ ਨਹੀਂ ਰਿਹਾ ਜੀ। ਮਹਾਰਾਜ ਕਹਿਣ ਲੱਗੇ ਪਰ ਭਾਈ ਬਹਿਲੋ ਅੱਜ ਤੋਂ ਲੰਗਰ 'ਚੋਂ ਪ੍ਰਸ਼ਾਦਾ ਛਕਣਾ, ਮੰਗ ਕੇ ਪ੍ਰਸ਼ਾਦਾ ਨਹੀਂ ਛਕਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਦੋਂ ਤੁਸੀਂ ਮੰਗਣ ਜਾਂਦੇ ਹੋ ਨਾ ਤੇ ਮੰਗ ਮੰਗ ਕੇ ਪ੍ਰਸ਼ਾਦਾ ਛਕਦੇ, ਤੂੰ ਨਹੀਂ ਛਕਦਾ ਮੈਂ ਹੀ ਛਕਦਾ। ਕਹਿਣ ਲੱਗੇ ਭਾਈ ਬਹਿਲੋ ਤੇਰੇ ਵਿੱਚ ਵਸ ਕੇ ਮੈਂ ਪ੍ਰਸ਼ਾਦਾ ਉਹ ਛਕਦਾ, ਅੱਜ ਤੋਂ ਬਾਅਦ ਮੰਗ ਕੇ ਨਹੀਂ ਛਕਣਾ, ਲੰਗਰ 'ਚੋਂ ਛਕ ਲਿਆ ਕਰ। ਕਹਿਣ ਲੱਗੇ ਹਾਂਜੀ, ਕਿਉਂ ਦਿਹਾੜੀ ਦਿੰਦੇ ਸਨ ਨਾ ਮਹਾਰਾਜ, ਤੇ ਦਿਹਾੜੀ ਦੇ ਕੇ ਮਹਾਰਾਜ ਕਹਿੰਦੇ ਸੀ ਹੁਣ ਲੰਗਰ 'ਚੋਂ ਨਹੀਂ ਛਕਣਾ। ਪ੍ਰੀਖਿਆ ਵੀ ਨਾਲ ਨਾਲ ਲੈਂਦੇ ਸਨ ਸੱਚੇ ਪਾਤਸ਼ਾਹ ਜੀ ਸਿੱਖਾਂ ਦੀ। ਸੋ ਹੁਣ ਇਹਦੇ ਤੋਂ ਅੱਗੇ ਭਾਈ ਬਹਿਲੋ ਜੀ ਦਾ ਮਹਾਨ ਜੀਵਨ, ਮਹਾਨ ਸੇਵਾ ਦਾ ਪ੍ਰਸੰਗ ਆਪਾਂ ਸਰਵਣ ਕਰੀਏ। ਪਿਆਰ ਨਾਲ ਸਾਰੇ ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਭਾਈ ਬਹਿਲੋ ਜੀ। 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 ਸਾਰੀ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁਨ ਬਹਿਲੋ ਮਾਨੀ ਗੁਰਬਾਨੀ। ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਬਹਿਲੋ ਜੀ ਨੂੰ ਕਿਹਾ, ਭਾਈ ਬਹਿਲੋ ਜੀ ਨੇ ਸਤ ਬਚਨ ਕਰ ਲਿਆ ਜੀ। ਹਾਂਜੀ, ਕਰਨ ਲੱਗਿਓ ਤਿਮ ਜਥਾ ਬਖਾਨੀ। ਜਿਵੇਂ ਮਹਾਰਾਜ ਨੇ ਕਿਹਾ ਭਾਈ ਬਹਿਲੋ ਜੀ ਹੁਣ ਮੰਗ ਕੇ ਨਹੀਂ ਛਕਣਾ, ਪ੍ਰਸ਼ਾਦਾ ਲੰਗਰ ਵਿੱਚੋਂ ਛਕਿਆ ਕਰੋ। ਭਾਈ ਬਹਿਲੋ ਜੀ ਲੰਗਰ 'ਚੋਂ ਛਕਣ ਲੱਗ ਪਏ। ਭਾਈ ਬਹਿਲੋ ਜੀ ਦਾ ਕੰਮ ਹੈ ਸਤ ਬਚਨ ਕਰਨਾ ਜੀ। ਜਿਵੇਂ ਮਹਾਰਾਜ ਨੇ ਕਿਹਾ ਭਾਈ ਸਾਹਿਬ ਉਵੇਂ ਹੀ ਸਤ ਬਚਨ ਕਰਨ ਲੱਗ ਪਏ ਜੀ। ਹਾਂਜੀ,
ਬਹੁ ਨਰ ਖਨਹਿ ਉਠਾਵਹਿ ਭਾਰ। ਬਹੁਤ ਲੋਕ ਆਉਂਦੇ ਆ, ਸਾਧ ਸੰਗਤ ਜੀ ਸੇਵਾ ਕਰਦੇ ਆ, ਭਾਈ ਬਹਿਲੋ ਜੀ ਵੀ ਨਾਲ ਮਿਲ ਕੇ ਸੇਵਾ ਕਰਦੇ ਆ, ਮਿੱਟੀ ਦਾ ਭਾਰ ਸਿਰ ਤੇ ਚੁੱਕਦੇ ਆ। ਕਰਹਿ ਬ੍ਰਿੰਦ ਮ੍ਰਿਤਕਾ ਕੀ ਕਾਰ। ਹਾਂ, ਮਿੱਟੀ ਚੁੱਕਣ ਦੀ ਕਾਰ ਸੇਵਾ ਕਰਦੇ ਆ। ਬਹੁਤ ਸਾਰੇ ਪ੍ਰੇਮੀਆਂ ਨੂੰ ਸੰਗਤ ਦੀ ਕਾਰ ਸੇਵਾ ਦਾ ਮਤਲਬ ਨਹੀਂ ਪਤਾ ਜੀ। ਮੈਂ ਵੀ ਜਦੋਂ ਸਾਧ ਸੰਗਤ ਜੀ ਛੋਟਾ ਹੁੰਦਾ ਸੁਣਦਾ ਹੁੰਦਾ ਸਾਂ ਕਾਰ ਸੇਵਾ, ਤੇ ਕਾਰ ਸੇਵਾ ਦਾ ਅਰਥ ਨਹੀਂ ਸੀ ਪਤਾ ਜੀ। ਸੋਚਣਾ ਵੀ ਇਹ ਕਾਰ ਤੇ ਚਲਾਉਣ ਵਾਲੀ ਕਾਰ ਹੁੰਦੀ ਹੈ। ਹਾਂਜੀ, ਬਾਅਦ ਵਿੱਚ ਪਤਾ ਲੱਗਾ ਕਾਰ ਸੇਵਾ ਕਹਿੰਦੇ ਜਿਹੜੀ ਸੇਵਾ ਹੱਥਾਂ ਨਾਲ ਕੀਤੀ ਜਾਵੇ ਜੀ। ਕਾਰ ਨਾਮ ਹੱਥ ਦਾ ਹੈ ਜੀ। ਹੱਥਾਂ ਨਾਲ ਕੀਤੀ ਹੋਈ ਸੇਵਾ ਨੂੰ ਕਾਰ ਸੇਵਾ ਕਹਿੰਦੇ ਆ। ਅੱਜ ਲੈਂਟਰ ਪਾਉਣ ਵਾਸਤੇ ਵੱਡੀਆਂ ਵੱਡੀਆਂ ਮਸ਼ੀਨਾਂ ਆ ਗਈਆਂ, ਪਰ ਕਾਰ ਸੇਵਾ ਵਾਲੇ ਸੰਗਤਾਂ ਦੇ ਨਾਲ ਰਲ ਕੇ ਹੱਥੀਂ ਲੈਂਟਰ ਪਾਉਂਦੇ ਆ ਜੀ। ਕਿਉਂ? ਇਹ ਕਾਰ ਸੇਵਾ ਹੈਗੀ ਹੈ ਜੀ। ਹੱਥਾਂ ਨਾਲ ਸੇਵਾ ਕਰਨੀ ਹੈ। ਗੱਜ ਕੇ ਆਖੋ ਵਾਹਿਗੁਰੂ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਭਾਈ ਬਹਿਲੋ ਜੀ ਕਾਰ ਸੇਵਾ ਕਰਦੇ ਆ ਜੀ। ਹਾਂਜੀ, ਬਹਿਲੋ ਧਰਹਿ ਟੋਕਰਾ ਆਗੈ। ਭਾਈ ਬਹਿਲੋ ਜੀ ਟੋਕਰਾ ਅੱਗੇ ਰੱਖ ਦਿੰਦੇ ਆ ਜੀ। ਹਾਂਜੀ, ਖਨਹਿ ਸਿੱਖ ਇੱਕ ਭਰਬੇ ਲਾਗੈ। ਇੱਕ ਸਿੱਖ ਕਈ ਦੇ ਨਾਲ ਮਿੱਟੀ ਪੁੱਟ ਪੁੱਟ ਕੇ ਟੋਕਰੇ 'ਚ ਪਾ ਦਿੰਦਾ ਜੀ। ਹਾਂਜੀ, ਬਹੁਤ ਮ੍ਰਿਤਕਾ ਪਾਵਹਿ ਤਾਹੇ। ਤੇ ਭਾਈ ਬਹਿਲੋ ਜੀ ਦਾ ਨਾ ਸਰੀਰ ਖੁੱਲਾ ਡੁੱਲਾ ਸੀਗਾ ਜੀ। ਉਹਨੇ ਭਾਈ ਬਹਿਲੋ ਜੀ ਨੂੰ ਬਹੁਤੀ ਮਿੱਟੀ ਜਿਹੜੀ ਉਹ ਟੋਕਰੇ 'ਚ ਪਾ ਦੇਣੀ ਜੀ। ਹਾਂਜੀ, ਇਹੋ ਤਿਨ ਕੋ ਕਿਮ ਬਰਜਤ ਨਾਹੇ। ਪਰ ਭਾਈ ਬਹਿਲੋ ਜੀ ਨੇ ਕਿਸੇ ਨੂੰ ਨਾ ਵਰਜਣਾ ਵੀ ਭਾਈ ਮਿੱਟੀ ਨਾ ਪਾ ਜਾਂ ਮਿੱਟੀ ਥੋੜੀ ਪਾ। ਜਿੰਨੀ ਕਿਸੇ ਨੇ ਪਾ ਦੇਣੀ ਓਨੀ ਮਿੱਟੀ ਸਿਰ ਤੇ ਚੁੱਕ ਲੈਣੀ ਜੀ। ਓਨੀ ਚੁੱਕ ਲੈਣੀ। ਕਈ ਵਾਰੀ ਜਾਣ ਕੇ ਜ਼ਿਆਦਾ ਪਾ ਦੇਣੀ। ਭਾਈ ਬਹਿਲੋ ਜੀ ਨੇ ਇਹ ਨਹੀਂ ਕਹਿਣਾ ਵੀ ਬਸ ਕਰ, ਉਹਨੇ ਪਾਈ ਜਾਣੀ। ਭਾਈ ਬਹਿਲੋ ਜੀ ਨੇ ਚੁੱਕ ਕੇ ਸਿਰ ਤੇ ਰੱਖ ਲੈਣੀ ਜੀ। ਹਾਂਜੀ, ਪਰਹਿ ਜੋ ਮ੍ਰਿਤਕਾ ਤਿਨਹੁ ਅਗਾਰੀ। ਹਾਂਜੀ। ਤਰਹਿ ਟੋਕਰਾ ਕਰਹਿ ਸੋ ਭਾਰੀ। ਬਸ ਭਾਵੇਂ ਜਿੰਨਾ ਮਰਜ਼ੀ ਟੋਕਰਾ ਭਾਰਾ ਹੋਵੇ, ਭਾਈ ਬਹਿਲੋ ਜੀ ਨੇ ਨਹੀਂ ਪ੍ਰੇਮੀ ਨੂੰ ਕਹਿਣਾ ਪ੍ਰੇਮੀਆਂ ਥੋੜੀ ਮਿੱਟੀ ਪਾਇਆ ਕਰ। ਨਹੀਂ, ਭਾਈ ਬਹਿਲੋ ਜੀ ਨੇ ਉਸੇ ਤਰ੍ਹਾਂ ਹੀ ਪਿਆਰ ਦੇ ਨਾਲ ਬਹੁਤਾ ਭਾਰ ਸਿਰ ਤੇ ਚੁੱਕ ਲੈਣਾ ਜੀ। ਹਾਂਜੀ, ਆਪ ਗੁਰੂ ਦਿਸ਼ ਟਕ ਚਖ ਲਾਵੈ। ਇਤ ਉਤ ਦ੍ਰਿਸ਼ਟ ਨ ਕਬਹੁ ਚਲਾਵੈ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸੰਗਤ ਜੀ ਇਹ ਗੱਲਾਂ ਸਿੱਖਿਆ ਲੈਣ ਵਾਲੀਆਂ ਨੇ। ਸੇਵਾ ਕਰਨ ਵਾਲਿਆਂ ਦੀ ਕਮੀ ਨਹੀਂ ਹੈਗੀ ਜੀ, ਪਰ ਇਸ ਤਰੀਕੇ ਨਾਲ ਸੇਵਾ ਕਰਨ ਵਾਲਿਆਂ ਦੀ ਕਮੀ ਹੈ। ਭਾਈ ਬਹਿਲੋ ਜੀ ਨੇ ਨਹੀਂ ਧਿਆਨ ਦੇਣਾ ਵੀ ਕਿੰਨੀ ਮਿੱਟੀ ਪਾਈ ਕਿੰਨੀ ਨਹੀਂ ਪਾਈ ਜੀ। ਭਾਈ ਬਹਿਲੋ ਜੀ ਨੇ ਧਿਆਨ ਗੁਰੂ ਅਰਜਨ ਦੇਵ ਮਹਾਰਾਜ ਵੱਲ ਰੱਖਣਾ ਜੀ। ਬਸ ਜੀ। ਹਾਂਜੀ, ਇਤ ਉਤ ਦ੍ਰਿਸ਼ਟ ਨਾ ਕਬਹੁ ਚਲਾਵੈ। ਕਦੀ ਵੀ ਇੱਧਰ ਉੱਧਰ ਨਹੀਂ ਵੇਖਣਾ ਸੇਵਾ ਕਰਦਿਆਂ ਜੀ। ਉਹ ਫਲਾਣਾ ਕੀ ਕਰ ਰਿਹਾ, ਦੂਜਾ ਕੀ ਕਰ ਰਿਹਾ, ਕੁਛ ਨਹੀਂ ਕਰਨਾ। ਪਿਆਰ ਦੇ ਰੰਗ ਵਿੱਚ ਰੰਗੇ ਆਪਣੀ ਸੇਵਾ ਹੀ ਕਰੀ ਜਾਣੀ ਜੀ ਭਾਈ ਬਹਿਲੋ ਜੀ ਨੇ ਜੀ। ਹਾਂਜੀ, ਸਤਿਗੁਰ ਮੁਖ ਕੋ ਦੇਖਤ ਰਹੈ। ਆਉਂਦਿਆਂ ਜਾਂਦਿਆਂ ਨਾ, ਕਿਉਂ ਮਹਾਰਾਜ ਪਲੰਘਾ ਢਾਹ ਕੇ ਬੈਠੇ ਆ, ਆਉਂਦਿਆਂ ਜਾਂਦਿਆਂ ਭਾਈ ਬਹਿਲੋ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਦੇ ਆ ਜੀ। ਸੋਹਣੇ ਦਰਸ਼ਨ ਕਰਦੇ ਸਤਿਗੁਰੂ ਜੀ ਦੇ। ਹਾਂਜੀ, ਚੁਕੋ ਸੀਸ ਪਰ ਜਬ ਨਰ ਕਹੈ। ਤੇ ਉਧਰ ਹੀ ਵੇਖਦੇ ਰਹਿੰਦੇ ਆ। ਤੇ ਫਿਰ ਪ੍ਰੇਮੀ ਜਿਹੜਾ ਮਿੱਟੀ ਪਾ ਰਿਹਾ ਨਾ, ਉਹ ਕਹਿੰਦਾ ਭਾਈ ਪ੍ਰੇਮੀਆਂ ਮਿੱਟੀ ਸਿਰ ਤੇ ਚੁੱਕ ਹੁਣ। ਹਾਂਜੀ, ਦੋਇ ਤ੍ਰੈ ਨਰ ਉਠਵਾਵਨ ਕਰੈ। 2-3 ਬੰਦੇ ਟੋਕਰਾ ਚੁੱਕ ਕੇ ਭਾਈ ਬਹਿਲੋ ਜੀ ਦੇ ਸਿਰ ਤੇ ਰੱਖ ਦਿੰਦੇ ਆ ਜੀ। ਗਿਨਹਿ ਨ ਕਛੂ ਸੋ ਸਿਰ ਪਰ ਧਰੈ। ਭਾਈ ਬਹਿਲੋ ਜੀ ਨੇ ਨਹੀਂ ਵਿਚਾਰਨਾ ਵੀ ਬੜਾ ਜ਼ਿਆਦਾ ਮਿੱਟੀ ਪਾ ਦਿੱਤੀ ਹੈ, ਬਸ ਆਪਣੀ ਸੇਵਾ ਕਰਨੀ। ਚੇਤਾ ਰੱਖਿਓ, ਸੇਵਾ ਕਰਦਿਆਂ ਕਰਦਿਆਂ ਜਦੋਂ ਬੰਦਾ ਕਿੰਤੂ ਪਰੰਤੂ ਕਰਦਾ ਹੈ, ਜਦੋਂ ਦੂਜਿਆਂ ਨਾਲ ਗੱਲਾਂ ਮਾਰਨ ਲੱਗ ਪੈਂਦਾ ਹੈ ਨਾ, ਕੀਤੀ ਸੇਵਾ ਚਲੇ ਜਾਂਦੀ ਹੈ ਜੀ। ਹਾਂਜੀ, ਇਹੋ ਹੀ ਗੱਲ ਹੈ ਜੀ। ਕਮਾਈ ਬਹੁਤ ਸਾਰੇ ਲੋਕ ਕਰਦੇ ਆ, ਪਰ ਸੱਚੀ ਗੱਲ 'ਚ ਕਮਾਈ ਨੂੰ ਸਾਂਭਿਆ ਨਹੀਂ ਜਾਂਦਾ ਜੀ। ਸਾਂਭਿਆ ਨਹੀਂ ਜਾਂਦਾ ਜੀ। ਭਾਈ ਬਹਿਲੋ ਜੀ ਸਾਂਭ ਲੈਂਦੇ ਜੀ ਸਾਰਾ ਕੁਛ। ਹਾਂਜੀ, ਵਹਿਰ ਗੇਰ ਪੁਨ ਆਵਹਿ ਦੌਰ। ਤੇ ਬਾਹਰ ਮਿੱਟੀ ਸੁੱਟ ਕੇ ਨਾ, ਤੇ ਫਿਰ ਭੱਜੇ ਹੀ ਆਉਣਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭੱਜ ਕੇ ਆਉਣਾ। ਗੁਰਮੁਖ ਪਿਕਹਿ ਥਿਰੈ ਤਿਸ ਠੌਰ। ਤੇ ਟੋਕਰੀ ਰੱਖ ਕੇ ਨਾ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਲੱਗ ਪੈਣੇ ਜੀ।
ਗੱਜ ਕੇ ਆਖੋ ਵਾਹਿਗੁਰੂ। ਭਾਈ ਗੁਰਦਾਸ ਜੀ ਲਿਖਦੇ ਸਿੱਖਾਂ ਦਾ ਪਿਆਰ ਕਿਹੋ ਜਿਹਾ ਗੁਰੂ ਸਾਹਿਬ ਨਾਲ। ਕਹਿੰਦੇ ਜਿਵੇਂ ਚੰਦ ਦੇ ਵੱਲ ਚਕੋਰ ਵੇਖੀ ਜਾਂਦੀ ਵੇਖੀ ਜਾਂਦੀ ਵੇਖੀ ਜਾਂਦੀ ਹੈ, ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ। ਵੇਖੀ ਜਾਂਦੀ ਸਿੱਖ ਵੀ ਐਵੇਂ ਮਹਾਰਾਜ ਦੇ ਦਰਸ਼ਨ ਕਰੀ ਜਾਂਦੇ ਜੀ। ਟੋਕਰੀ ਰੱਖ ਦੇਣੀ, ਮਹਾਰਾਜ ਵੱਲ ਦਰਸ਼ਨ, ਮਹਾਰਾਜ ਦੇ ਦਰਸ਼ਨ ਕਰਨ ਲੱਗ ਪੈਣੇ। ਇੱਕ ਵਾਰੀ ਕਰੋ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ, ਹੱਥ ਜੋੜ ਕੇ ਕਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬਹੁਤੇ ਹੀ ਪਿਆਰ ਨਾਲ ਇਹ ਸਾਰਾ ਕਾਰਜ ਕਰਨਾ। ਹਸਨ ਹੇਠ ਨਰ ਭਰੈ ਵਿਸਾਲ। ਤੇ ਜਾਣ ਬੁੱਝ ਕੇ ਹੀ ਮਜ਼ਾਕ ਕਰਨ ਵਾਸਤੇ ਟੋਕਰੀ ਭਰਨ ਵਾਲੇ ਨੇ ਜਿਆਦੀ ਟੋਕਰੀ ਭਰ ਦੇਣੀ ਜੀ, ਵੀ ਵੇਖਦੇ ਇਹਦਾ ਧਿਆਨ ਪੈਂਦਾ ਹੈ ਕਿ ਨਹੀਂ ਪੈਂਦਾ। ਹਾਂਜੀ। ਕੇਤਿਕ ਮਨ ਮ੍ਰਿਤਕਾ ਕੇ ਨਾਲ। ਕਹਿੰਦੇ ਕਈ ਮਣ ਮਿੱਟੀ ਜਿਹੜੀ ਹੈ ਨਾ ਵੱਡੇ ਟੋਕਰੇ ਚ ਪਾ ਦੇਣੀ ਜੀ। ਉਹ ਹੁਣ ਤਾਂ ਬਾਟੇ ਆਪਾਂ ਏਡੇ ਏਡੇ ਚੁੱਕਦੇ ਨਾ ਜੀ, ਪੁਰਾਣੇ ਸਰੀਰ ਬਲਵਾਨ ਹੁੰਦੇ ਸੀ, ਉਹ ਏਡਾ ਏਡਾ ਟੋਕਰਾ ਚੁੱਕਦੇ ਸੀਗੇ ਜੀ। ਹਾਂਜੀ, ਹੁਣ ਤਾਂ ਏਡਾ ਏਡਾ ਬਾਟਾ ਬਣ ਗਿਆ, ਉਹਨਾਂ ਕੁ ਚੁੱਕਦੇ ਆ ਜੀ। ਉਹ ਕਈ ਮਣ ਮਿੱਟੀ ਉਹਨੇ ਪਾ ਦੇਣੀ ਜੀ। ਹਾਂਜੀ। ਸਭ ਮਿਲ ਕਰਹਿ ਹਾਸ ਤਿਸ ਕੇਰੇ। ਤੇ ਭਾਈ ਸਾਹਿਬ ਨੇ ਮਹਾਰਾਜ ਵੱਲ ਵੇਖੀ ਜਾਣਾ ਜੀ, ਵੇਖੀ ਜਾਣਾ ਤੇ ਲੋਕਾਂ ਨੇ ਵੇਖ ਵੇਖ ਕੇ ਹੱਸਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਵੇਖਾਂਗੇ ਇੰਨੀ ਮਿੱਟੀ ਚੁੱਕਦਾ ਹੈ ਕਿ ਨਹੀਂ ਚੁੱਕਦਾ। ਹਾਂਜੀ। ਕੁਛ ਨਹਿ ਗਨਹਿ ਗੁਰੂ ਦਿਸ਼ਹੇਰੇ। ਵਾਹ ਵਾਹ। ਪਰ ਭਾਈ ਬਹਿਲੋ ਜੀ ਕਿਸੇ ਗੱਲ ਦੀ ਵਿਚਾਰ ਨਹੀਂ ਕਰਦੇ, ਧਿਆਨ ਆਪਣਾ ਗੁਰੂ ਸਾਹਿਬ ਵੱਲ ਰੱਖਦੇ ਸੀਗੇ। ਭੱਟ ਜੀ ਲਿਖਦੇ ਨਾ, ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਗੁਰੂ ਕਹਿੰਦੇ ਵੱਡੇ ਨੂੰ, ਕਹਿੰਦੇ ਗੁਰੂ ਸਾਹਿਬ ਦਾ ਮੁਖ ਵੇਖ ਕੇ ਵੱਡਾ ਸੁਖ ਮਿਲਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਪਰ ਇਹ ਉਦੋਂ ਜਦੋਂ ਅੰਦਰ ਪ੍ਰੇਮ ਹੋਏਗਾ, ਅੰਦਰ ਸ਼ਰਧਾ ਹੋਏਗੀ, ਮਹਾਰਾਜ ਦੇ ਦਰਸ਼ਨ ਕਰਕੇ ਵੱਡਾ ਸੁਖ ਮਿਲਦਾ ਜੀ, ਵੱਡਾ ਸੁਖ। ਹਾਂਜੀ। ਭਾਰ ਉਠਾਵਹਿ ਜੇ ਤਿਕ ਪਾਵਹਿ। ਹਾਂਜੀ। ਵਹਿਰ ਗੇਰ ਦੌਰਤ ਪੁਨ ਆਵਹਿ। ਜਿੰਨਾ ਕਿਸੇ ਨੇ ਪਾਉਣਾ ਓਨਾ ਹੀ ਭਾਰ ਚੁੱਕ ਲੈਣਾ ਤੇ ਬਾਹਰ ਸੁੱਟ ਕੇ ਨਾ ਮਿੱਟੀ ਨੂੰ ਫਿਰ ਛੇਤੀ ਨਾਲ ਭੱਜੇ ਭੱਜੇ ਆਉਣਾ ਜੀ। ਹਾਂਜੀ। ਮੁਖ ਤੇ ਮੌਨ ਕਹੇ ਨਹਿ ਕਾਹੂ। ਹਾਂ, ਮੁਖ ਤੋਂ ਮੌਨ ਰਹਿੰਦਾ ਹੈ, ਮੌਨ। ਭਾਈ ਬਹਿਲੋ ਜੀ ਮੌਨ ਰਹਿੰਦੇ ਆ ਤੇ ਕਹਿੰਦੇ ਨਹੀਂ ਕਿਸੇ ਨੂੰ ਕੁਝ ਜੀ, ਕਿਸੇ ਨੂੰ ਕੁਝ ਕਹਿੰਦੇ ਨਹੀਂ। ਪਿਆਰਿਓ ਸੱਚੀ ਗੱਲ 'ਚ ਅੱਜ ਜੇ ਕਿਸੇ ਦੀ ਅਵਸਥਾ ਵੀ ਬਣਨ ਲੱਗ ਪਏ, ਲੋਕ ਉਹਨੂੰ ਕਹਿ ਦਿੰਦੇ ਪਖੰਡੀ ਹੋ ਗਿਆ। ਇਹਦੇ 'ਚ ਕੋਈ ਸ਼ੱਕ ਨਹੀਂ। 'ਚ ਸੇਵਾ ਕਰਦਿਆਂ ਨਿਮਰਤਾ ਨਾਲ ਪ੍ਰੇਮ ਨਾਲ ਜਿਹੜਾ ਸੇਵਾ ਕਰਦਾ ਹੈ, ਗੁਰੂ ਦੀ ਕਿਰਪਾ ਨਾਲ ਉਹਦੀ ਅਵਸਥਾ ਬਣਨ ਲੱਗ ਪੈਂਦੀ ਹੈ। ਉਹਦਾ ਬੋਲਣ ਨੂੰ ਜੀ ਨਹੀਂ ਕਰਦਾ, ਉਹ ਚੁੱਪ ਰਹਿਣ ਲੱਗ ਪੈਂਦਾ ਹੈ, ਪਰ ਲੋਕ ਕਹਿੰਦੇ ਨੇ ਪਖੰਡ ਕਰਦਾ ਹੈ। ਕੱਲ ਪਰਸੋਂ ਮੇਰੀ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਹਜੂਰ ਸਾਹਿਬ ਦੇ ਜਥੇਦਾਰ, ਬੜੀ ਉਹਨਾਂ ਨੇ ਕਿਰਪਾ ਕੀਤੀ, ਫੋਨ ਤੇ ਗੱਲ ਹੋਈ। ਉਹ ਵੀ ਮੈਨੂੰ ਇਹੋ ਗੱਲ ਕਹਿਣ ਲੱਗੇ, ਕਹਿੰਦੇ ਮੌਨ ਰਹੀਏ ਨਾ, ਲੋਕ ਕਹਿੰਦੇ ਪਖੰਡ ਕਰਦਾ ਹੈ। ਭਾਈ ਸਾਹਿਬ ਭਾਈ ਬਹਿਲੋ ਜੀ ਮੌਨ ਰਹਿੰਦੇ ਹੈ, ਕਿਸੇ ਨਾਲ ਕੋਈ ਗੱਲ ਨਹੀਂ ਕਰਦੇ, ਆਪਣੇ ਆਨੰਦ 'ਚ ਰਹਿੰਦੇ ਹੈ ਜੀ। ਹਾਂਜੀ। ਪਿਕਹੇ ਪ੍ਰੇਮ ਰਾਤਾ ਰੰਗ, ਪਿਕਹੇ ਪ੍ਰੇਮ ਰਾਤਾ ਰੰਗ ਮਾਹੂ। ਸੱਚੇ ਪਾਤਸ਼ਾਹ ਜੀ ਵੀ ਵੇਖਦੇ ਐ, ਬਹਿਲੋ ਸਾਡੇ ਪ੍ਰੇਮ ਦੇ ਰੰਗ 'ਚ ਰੰਗਿਆ ਪਿਆ ਹੈ। ਵੇਖੋ ਪਹਿਲਾਂ ਪੀਰ ਬਣੇ ਹੋਏ ਸੀ, ਕਿੰਨੀ ਆਪਣੀ ਪੂਜਾ ਕਰਾਉਂਦੇ ਸਨ ਜੀ। ਹਾਂਜੀ। ਜਬ ਲਗ ਗੁਰ ਬੈਠੈ ਖਨਵਾਵਹਿ। ਜਦੋਂ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜਿੰਨਾ ਚਿਰ ਤੱਕ ਬੈਠੇ ਰਹਿੰਦੇ ਐ, ਸੇਵਾ ਕਰਾਉਂਦੇ ਰਹਿੰਦੇ ਖੁਦਵਾਈ ਦੀ। ਹਾਂਜੀ। ਤਬ ਲਗ ਤੇਠਾ ਕਾਰ ਕਮਾਵਹਿ। ਉਹਨਾਂ ਚਿਰ ਤੱਕ ਫਿਰ ਭਾਈ ਸਾਹਿਬ ਉੱਥੇ ਰਹਿ ਕੇ ਸੇਵਾ ਕਰਦੇ ਜੀ। ਭਾਈ ਬਹਿਲੋ ਜੀ ਉਹਨਾਂ ਚਿਰ ਤੱਕ ਉਹਨਾਂ ਸੇਵਾ ਕਰੀ ਜਾਣੀ ਜੀ। ਹਾਂਜੀ। ਜਬ ਸ਼੍ਰੀ ਗੁਰ ਰਾਜਹਿ ਥਲ ਔਰ। ਹਾਂਜੀ। ਕਰਹਿ ਕਾਰ ਪਜਾਵਨ ਠੌਰ। ਤੇ ਜਦੋਂ ਮਹਾਰਾਜ ਗਰੀਬ ਨਵਾਜ ਕਿਸੇ ਹੋਰ ਥਾਂ ਚਲੇ ਜਾਂਦੇ, ਭਾਈ ਬਹਿਲੋ ਜੀ ਆਵਿਆਂ ਵਾਲੇ ਪਾਸੇ ਚਲੇ ਜਾਂਦੇ ਜੀ। ਮਿੱਟੀ ਚੁੱਕਣ ਦਾ ਕੰਮ ਪਤਾ ਕੀ ਸੀ, ਕਿਉਂ ਸੀ? ਵੀ ਮੈਨੂੰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਹੋਈ ਜਾਣ। ਕਿਉਂ? ਗੁਰੂ ਮੁਖ ਦੇਖ
ਗੁਰੂ ਸੁਖ ਪਾਇਓ, ਗੁਰੂ ਮੁਖ ਦੇਖ, ਗੁਰੂ ਸੁਖ ਪਾਇਓ। ਜਦੋਂ ਮਹਾਰਾਜ ਜੀ ਵੱਲ ਵੇਖਦੇ ਆ ਬੜਾ ਸੁੱਖ ਮਿਲਦਾ ਭਾਈ ਬਹਿਲੋ ਜੀ ਨੂੰ। ਕਮਾਈ ਵਾਲਿਆਂ ਨੂੰ ਵੇਖਿਆ ਸਾਧ ਸੰਗਤ ਮਨ ਨੂੰ ਸੁੱਖ ਮਿਲਦਾ ਹੈ। ਹਾਂਜੀ। ਸੁਪਤ ਹੈ ਅਲਪ ਜਾਮਨੀ ਜਾਨ। ਫਿਰ ਰਾਤ ਥੋੜਾ ਸੌਂਦੇ ਆ ਜੀ, ਥੋੜਾ ਸੌਂਦੇ ਆ। ਸੇਵਹਿ ਸਰਬ ਸਮੈ ਹਿਤ ਠਾਨ। ਬਸ ਹਰ ਸਮੇਂ ਸੇਵਾ ਹੀ ਸੇਵਾ, ਸੇਵਾ ਹੀ ਸੇਵਾ, ਸੇਵਾ ਨੂੰ ਹੀ ਭਾਈ ਬਹਿਲੋ ਜੀ ਨੇ ਆਪਣਾ ਜੀਵਨ ਬਣਾ ਲਿਆ ਜੀ। ਹਾਂਜੀ। ਸ਼ੁਦਾ ਪਿਪਾਸਾ ਨੀਂਦ ਨ ਜਾਣਹਿ। ਬਸ ਇਹ ਇੱਕਦਮ ਨਹੀਂ ਇਹ ਅਵਸਥਾ ਬਣਦੀ ਸੰਗਤ ਜੀ। ਪਹਿਲਾਂ ਨੀਂਦ ਵੀ ਆਉਂਦੀ ਹੈ, ਭੁੱਖ ਵੀ ਤੰਗ ਕਰਦੀ ਹੈ, ਪਿਆਸ ਵੀ ਤੰਗ ਕਰਦੀ ਹੈ। ਜਦੋਂ ਅਵਸਥਾ ਬਣਨ ਲੱਗ ਪੈਂਦੀ ਹੈ ਫਿਰ ਭੁੱਖ ਪਿਆਸ ਨੀਂਦ ਕੁਝ ਵੀ ਤੰਗ ਨਹੀਂ ਕਰਦਾ ਜੀ। ਤਿੱਥੈ ਊਂਘ ਨਾ ਭੁੱਖ ਹੈ, ਜਿੱਥੇ ਆਤਮ ਰਾਮ ਪ੍ਰਗਾਸ। ਭਾਈ ਬਹਿਲੋ ਜੀ ਦੀ ਨੀਂਦ ਪਿਆਸ ਭੁੱਖ ਸਭ ਕੁਝ ਥੋੜਾ ਹੋ ਗਿਆ ਜੀ। ਹਾਂਜੀ। ਹੁਣ ਕੋਈ ਬੰਦਾ ਰੀਸ ਕਰਨ ਲੱਗੇ ਗੱਲ ਨਹੀਂ ਬਣੇਗੀ, ਅਵਸਥਾ ਸਮੇਂ ਨਾਲ ਬਣਦੀ ਹੈ। ਇਹ ਆਲਸ ਬਿਨ ਸੇਵਾ ਸਵਧਾਨ ਹੈ। ਆਲਸ ਨਹੀਂ ਕਰਦੇ ਜੀ, ਆਲਸ ਨਹੀਂ ਕਰਦੇ। ਸੇਵਾ ਵਿੱਚ ਸਦਾ ਹੀ ਸਾਵਧਾਨ ਨੇ। ਚੰਗੇ ਚੰਗੇ ਵਰਗਿਆਂ ਬੰਦਿਆਂ 'ਚ ਆਲਸ ਆ ਜਾਂਦਾ ਜੀ। ਛੱਡੋ ਪਰਾਂ, ਅੱਜ ਰਹਿਣ ਦਿੰਦੇ ਆ, ਪਰ ਆਲਸ ਨਹੀਂ ਉਹ ਕਰਦੇ ਜੀ। ਹਾਂਜੀ। ਅੱਜ ਹੀ ਮੈਨੂੰ ਇੱਕ ਗੁਰਸਿੱਖ ਕਹਿਣ ਲੱਗਾ, ਕਹਿੰਦਾ ਜੀ ਅੱਜ ਕਥਾ ਤੋਂ ਨਾਗਾ ਹੋ ਜਾਣਾ। ਮੈਂ ਕਿਹਾ ਜੀ ਕਿਉਂ? ਕਹਿਣ ਲੱਗਾ ਸਵੇਰ ਦੇ ਲੱਗੇ ਪਏ ਆ, ਪ੍ਰਭਾਤ ਫੇਰੀ ਵੀ ਹੁਣ ਟਿਕੇ ਨਹੀਂ ਹੈਗੇ ਤੇ ਥੱਕਿਆ ਪਿਆ। ਮੈਂ ਕਹਿਣ ਲੱਗਾ, ਕਹਿੰਦੇ ਰਿਕਾਰਡਿੰਗ ਸੁਣ ਲਾਂਗੇ। ਹਾਂਜੀ। ਆਲਸ ਆ ਗਿਆ ਨਾ ਜੀ। ਭਾਈ ਸਾਹਿਬ ਭਾਈ ਬਹਿਲੋ ਜੀ ਆਲਸ ਨਹੀਂ ਕਰਦੇ ਜੀ, ਸੇਵਾ ਵਿੱਚ ਸਾਵਧਾਨ ਰਹਿੰਦੇ ਆ ਜੀ। ਹਾਂਜੀ। ਜਬ ਗੁਰ ਮਿਲੈ ਲਾਏ ਟਕ ਰਹੈ। ਜਦੋਂ ਮਹਾਰਾਜ ਮਿਲਦੇ ਆ ਬਸ ਭਾਈ ਬਹਿਲੋ ਜੀ ਦਰਸ਼ਨਾਂ ਵਿੱਚ ਲੱਗ ਜਾਂਦੇ ਆ। ਹਾਂਜੀ। ਜਥਾ ਚਕੋਰ ਚੰਦ ਕੋ ਚਹੈ। ਬਸ ਉਵੇਂ ਹੀ ਜਿਵੇਂ ਚਕੋਰ ਚੰਦ ਨੂੰ ਵੇਖਦੀ ਹੈ, ਵੇਖੀ ਜਾਂਦੀ। ਅੱਖ ਨਹੀਂ ਚਮਕਦੀ ਸਾਧ ਸੰਗਤ ਜੀ ਚਕੋਰ ਜਦੋਂ ਮਹਾਰਾਜ ਨੂੰ ਵੇਖਦੀ ਹੈ, ਵਾਹਿਗੁਰੂ ਚੰਦ ਨੂੰ ਵੇਖਦੀ ਹੈ। ਕਿਉਂ? ਇਹ ਨਾ ਹੋਵੇ ਮੈਂ ਅੱਖ ਬੰਦ ਕਰਾਂ, ਭਾਵੇਂ ਇੱਕ ਖਿੰਨ ਤੋਂ ਵੀ ਥੋੜਾ ਸਮਾਂ ਅੱਖ ਬੰਦ ਹੁੰਦੀ ਹੈ, ਇਹ ਕੰਮ ਮੈਨੂੰ ਮਨਜ਼ੂਰ ਨਹੀਂ ਹੈਗਾ। ਹਾਂਜੀ। ਕਰ ਈਂਟ ਕਾ ਕਰਹਿ ਪਚਾਵੈ। ਬਸ ਸਦਾ ਇੱਟਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਆ। ਭਲੀ ਰੀਤ ਕਰ ਪ੍ਰੇਮ ਪਕਾਵੈ। ਬੜੇ ਪ੍ਰੇਮ ਨਾਲ ਇੱਟਾਂ ਨੂੰ ਪਕਾਉਂਦੇ ਆ, ਗੰਦਗੀ ਵੀ ਢਾਉਂਦੇ ਆ। ਹਾਂਜੀ। ਪੁੰਨ ਭਾਈ ਭਗਤੂ ਚੱਲ ਆਇਓ। ਉਧਰੋਂ ਫਿਰ ਭਾਈ ਭਗਤੂ ਦੀ ਚੱਲ ਆਏ ਜੀ। ਹਾਂਜੀ। ਤੀਰਥ ਕਾਰ ਕਰਨ ਚਿਤ ਲਾਇਓ। ਭਾਈ ਭਗਤੂ ਜੀ ਦਾ ਵੀ ਸੇਵਾ ਕਰਨ ਨੂੰ ਚਿੱਤ ਕਰਦਾ। ਤੁਸੀਂ ਸੁਣਿਆ ਸੀ ਨਾ, ਜਿਨ੍ਹਾਂ ਨੇ ਆਪਣੀ ਮਾਤਾ ਦੀ ਪਿਆਸ ਬੁਝਾਉਣੀ ਸੀਗੀ, ਪਾਣੀ ਲੈਣ ਗਏ ਸੀ ਸਮਰੱਥਾ ਹੁੰਦਿਆਂ ਵੀ ਜੀ। ਉਹ ਭਾਈ ਭਗਤੂ ਜੀ ਬ੍ਰਹਮ ਗਿਆਨੀ, ਉਹ ਵੀ ਆ ਗਏ ਜੀ। ਹਾਂਜੀ। ਸ਼੍ਰੀ ਗੁਰ ਰਾਮਦਾਸ ਬਚ ਕਹਿਓ। ਹਾਂਜੀ। ਜਿਸਨੇ ਜਨਮ ਜਗਤ ਮਹਿ ਲਹਿਓ। ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਨ੍ਹਾਂ ਦਾ ਜਨਮ ਸ਼੍ਰੀ ਗੁਰੂ ਰਾਮਦਾਸ ਜੀ ਦੇ ਬਚਨਾਂ ਦੇ ਨਾਲ ਹੋਇਆ, ਉਹ ਭਾਈ ਭਗਤੂ ਜੀ ਸੇਵਾ ਵਿੱਚ ਆਏ ਜੀ। ਮ੍ਰਿਤਕਾ ਵਹਿਰ ਨਿਕਾਸੇ ਜਾਏ। ਖਨਹਿ ਕਬਹੂ ਕਬ ਸੀਸ ਉਠਾਏ। ਉਹ ਵੀ ਟੋਕਰੀਆਂ ਭਰ ਭਰ ਕੇ ਮਿੱਟੀ ਦੀਆਂ ਬਾਹਰ ਛੱਡ ਕੇ ਆਉਂਦੇ ਆ। ਏਡੇ ਏਡੇ ਬ੍ਰਹਮ ਗਿਆਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ 'ਚ ਲੱਗੇ ਨੇ। ਚੇਤਾ ਰੱਖਿਓ, ਪਹਿਲਾਂ ਗੱਜ ਕੇ ਆਖੋ ਸਾਰੇ ਵਾਹਿਗੁਰੂ 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 ਵਾਹਿਗੁਰੂ। ਬ੍ਰਹਮ ਗਿਆਨੀ ਵੀ ਗੁਰੂ ਦੀ ਸੇਵਾ 'ਚ ਲੱਗੇ ਹੈ। ਉਹਦਾ ਕਾਰਨ ਬ੍ਰਹਮ ਗਿਆਨੀ ਇੱਕ ਪੱਤੇ ਦੀ ਨਿਆਈ ਹੈ, ਸਤਿਗੁਰੂ ਰੁੱਖ ਦੀ ਨਿਆਈ ਹੈ ਜੀ। ਇੱਕ ਰੁੱਖ ਨੂੰ ਕਿੰਨੇ ਪੱਤੇ ਹੁੰਦੇ ਆ, ਗਿਣਤੀ 'ਚ ਨਹੀਂ ਆਉਂਦੇ ਜੀ। ਗੁਰੂ ਸਾਹਿਬ ਕੋ ਕਿੰਨੇ ਕੁ ਬ੍ਰਹਮ ਗਿਆਨੀ ਸਿੱਖ ਨੇ, ਇਹ ਵੀ ਗਿਣਤੀ 'ਚ ਨਹੀਂ ਆਉਂਦੇ ਜੀ। ਹਾਂਜੀ। ਦੋਹਰਾ ਬੁੱਧੂ ਨਾਮ ਕੁਲਾਲ ਇੱਕ। ਸਤਿਗੁਰ ਕੋ ਸਿੱਖ ਧੀਰ। ਅੱਗੋਂ ਸਾਖੀ ਨਵੀਂ ਆਰੰਭ ਹੁੰਦੀ, ਧਿਆਨ ਨਾਲ ਸੁਣਿਓ। ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਵਾਹਿਗੁਰੂ। ਭਾਈ ਬਹਿਲੋ ਜੀ ਇਸ ਤਰ੍ਹਾਂ ਸੇਵਾ 'ਚ ਲੱਗੇ ਨੇ, ਡਟੇ ਨੇ। ਉਧਰੋਂ
ਬੁੱਧੂ ਨਾਮ ਕੁਲਾਲ ਇੱਕ, ਸਤਿਗੁਰ ਕੋ ਸਿੱਖ ਧੀਰ। ਭਾਈ ਬੁੱਧੂ ਜੀ ਨਾਮ ਦਾ ਇੱਕ ਸਿੱਖ ਹੈ, ਜਿਹਦੀ ਜਾਤ ਕੁਲਾਲ ਹੈ ਜੀ। ਬੜਾ ਧੀਰਜਵਾਨ ਹੈ ਜੀ ਉਹ। ਕੀ ਨਾਮ ਹੈ? ਭਾਈ ਬੁੱਧੂ ਜੀ। ਹਾਂਜੀ। ਲਵਪੁਰ ਮਹਿ ਸਿੱਖ, ਲਵਪੁਰ ਮਹਿ ਤਿਸ ਕੋ ਸਦਨ, ਜਾਤ ਗੁਰੂ ਕੇ ਤੀਰ। ਤੇ ਸਾਧ ਸੰਗਤ ਜੀ, ਲਾਹੌਰ ਦੇ ਵਿੱਚ ਭਾਈ ਬੁੱਧੂ ਦਾ ਘਰ ਹੈ ਜੀ। ਲਾਹੌਰ ਤੋਂ ਆਉਂਦੇ ਹੈ, ਗੁਰੂ ਸਾਹਿਬ ਜੀ ਦੇ ਚਰਨਾਂ 'ਚ ਆ ਕੇ ਸੇਵਾ ਕਰਦੇ ਹੈ, ਝੁਕਦੇ ਹੈ। ਹਾਂਜੀ। ਚੌਪਈ ਸਿੱਖਿਆਨ ਕੀ ਬਹੁ ਸੇਵਾ ਕਰਈ। ਸਿੱਖਾਂ ਦੀ ਸੇਵਾ ਕਰਦੇ ਜੀ ਭਾਈ ਬੁੱਧੂ ਜੀ। ਬੜੇ ਪਿਆਰ ਨਾਲ ਗੁਰਸਿੱਖਾਂ ਦੀ ਸੇਵਾ ਕਰਨ। ਇਹ ਵੀ ਗੁਣ ਹੈ, ਸਾਰਿਆਂ 'ਚ ਨੀਚੇ ਹੁੰਦਾ। ਹਾਂਜੀ। ਧਰਮ ਕਿਰਤ ਕੀ ਜੀਵਾ ਧਰਈ। ਫਿਰ ਧਰਮ ਦੀ ਕਮਾਈ ਕਰਨੀ ਜੀ। ਜੋ ਥੋੜੀ ਬਹੁਤੀ ਮਾਇਆ ਮਿਲ ਜਾਣੀ, ਉਹਦੇ ਨਾਲ ਆਪਣਾ ਗੁਜ਼ਾਰਾ ਕਰਨਾ। ਧਰਮ ਦੀ ਕਿਰਤ ਕਰਨੀ ਸਾਧ ਸੰਗਤ ਜੀ। ਹਾਂਜੀ। ਗੁਰੂ ਭਰੋਸੇ ਕਾਰ ਕਰੰਤਾ। ਭਾਈ ਬੁੱਧੂ ਜੀ ਵਿੱਚ ਇੱਕ ਗੱਲ ਬੜੀ ਪਰਪੱਕ ਸੀ, ਉਹ ਆਪਣਾ ਕਾਰ ਵਿਹਾਰ ਸਤਿਗੁਰੂ ਦੇ ਭਰੋਸੇ ਕਰਦੇ ਸੀਗੇ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਕਈ ਸਿੱਖ ਐਸੇ ਨੇ ਪਿਆਰ ਵਾਲੇ, ਉਹ ਕੋਈ ਵੀ ਕੰਮ ਕਰਨ, ਕਾਰੋਬਾਰ ਸ਼ੁਰੂ ਕਰਨ, ਪਹਿਲਾਂ ਮਹਾਰਾਜ ਦੇ ਚਰਨਾਂ ਦਾ ਆਸਰਾ ਲੈਂਦੇ ਹੈ, ਅਰਦਾਸ ਕਰਦੇ ਹੈ। ਇਹੋ ਹੀ ਗੁਣ ਸੀਗਾ ਭਾਈ ਬੁੱਧੂ ਜੀ ਦਾ। ਆਪਣੇ ਸਭ ਕਾਰਜ ਨਿਭਹੰਤਾ। ਸਾਰੇ ਕਾਰਜਾਂ ਦਾ ਨਿਰਵਾਹ ਕਰਦੇ ਸਨ, ਪਰ ਗੁਰੂ ਸਾਹਿਬ ਦੇ ਭਰੋਸੇ ਜੀ। ਕਾਰਜ ਸਗਲ ਆਰੰਭਿਓ, ਘਰ ਕਾ ਠਾਕੁਰ ਕਾ ਭਰੋਸਾ। ਗੁਰੂ ਸਾਹਿਬ ਦੇ ਭਰੋਸੇ ਸਾਰੇ ਕੰਮ ਕਰਦੇ ਸਨ ਜੀ। ਹਾਂਜੀ। ਲਾਏ ਈਂਟ ਕਾ ਕੇਰ ਪਜਾਵੈ। ਲਾਏ ਈਂਟ ਕਾ ਕੇਰ ਭਜਾਵੈ। ਇੱਕ ਵਾਰੀ ਫਿਰ ਭਾਈ ਬੁੱਧੂ ਜੀ ਇੱਟਾਂ ਦੇ ਆਵੇ ਲਾਏ ਜੀ ਉਹਨਾਂ ਨੇ ਜੀ, ਭਾਈ ਬੁੱਧੂ ਜੀ ਨੇ। ਹਾਂਜੀ। ਵੇਚਹਿ ਪੁਰਮਹਿ ਗੁਜਰ ਚਲਾਵੈ। ਤੇ ਸਾਧ ਸੰਗਤ ਜੀ, ਉਹ ਨਗਰ ਦੇ ਵਿੱਚ ਜਾ ਕੇ ਵੇਚਣੇ। ਇੱਟਾਂ ਜਦੋਂ ਪੱਕਣੀਆਂ, ਉਹ ਵੇਚਣੀਆਂ ਜੀ। ਭੱਠੇ ਵਾਲੇ ਜਿਹਨੂੰ ਆਪਾਂ ਕਹਿ ਲੈਂਦੇ ਵੀ ਇੱਟਾਂ ਦਾ ਭੱਠਾ ਹੈ ਇਹਦਾ। ਗੁਰ ਸਿੱਖਿਅਨ ਕੋ ਕਰਹਿ ਆਹਾਰਾ। ਗੁਰਸਿੱਖਾਂ ਦਾ ਪ੍ਰਸ਼ਾਦਾ ਵੀ ਛਕਾਉਣਾ ਜੀ, ਗੁਰਸਿੱਖਾਂ ਨੂੰ ਬੜੇ ਪਿਆਰ ਨਾਲ। ਹਾਂਜੀ। ਪੁਰਹਿ ਭਾਵਨਾ ਹਿਰਦੇ ਮਝਾਰਾ। ਜੋ ਭਾਵਨਾ ਹੁੰਦੀ ਸੀ ਉਹ ਪੂਰੀ ਹੋ ਜਾਂਦੀ ਸੀਗੀ ਜੀ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣ ਨਾਲ। ਉਹ ਜਿਹੜੀ ਮਾਇਆ ਮਿਲਦੀ ਨਾ ਜੀ ਇੱਟਾਂ ਤੋਂ, ਉਹ ਉਹਦੇ ਨਾਲ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ ਜੀ। ਏਕ ਬਾਰ ਤਿਨ ਕੀਨ ਪਜਾਵਾ। ਇੱਕ ਵਾਰੀ ਭਾਈ ਬੁੱਧੂ ਜੀ ਨੇ ਇੱਟਾਂ ਦਾ ਆਵਾ ਲਾਇਆ ਜੀ। ਹਾਂਜੀ। ਕਈ ਹਜ਼ਾਰ ਦਰਬ ਕੋ ਲਾਵਾ। ਮਾਇਆ ਖੁੱਲੀ ਲਾਤੀ ਜੀ। ਬੰਦਾ ਹੌਲੀ ਹੌਲੀ ਵੱਡੀ ਛਾਲ ਮਾਰਦਾ। ਭਾਈ ਬੁੱਧੂ ਜੀ ਨੇ ਵੱਡੀ ਛਾਲ ਮਾਰੀ, ਮਾਇਆ ਖੁੱਲੀ ਲਾਈ ਜੀ। ਹਾਂਜੀ। ਬ੍ਰਿੰਦ ਮਜੂਰ ਕਾਰ ਕੇ ਕਰਤੇ। ਹਾਂਜੀ। ਈਂਦਨ ਅਧਿਕ ਈਂਟ ਕਾ ਧਰਤੇ। ਬੜੇ ਮਜ਼ਦੂਰ ਵੀ ਲਾਏ ਜੀ। ਕੋਈ ਅੱਗ ਡਾਉਂਦਾ ਹੈ, ਕੋਈ ਹੋਰ ਕਾਰਜ ਕਰਦਾ ਹੈ, ਕੋਈ ਸੱਚਿਆਂ ਦਾ ਧਿਆਨ ਰੱਖਦਾ ਹੈ। ਬੜੇ ਮਜ਼ਦੂਰ ਲਾਏ, ਬੜੀ ਮਾਇਆ ਲਾਈ ਜੀ ਭਾਈ ਬੁੱਧੂ ਜੀ ਨੇ ਆਵੇ ਦੇ ਉੱਤੇ। ਗਿਰਸਮ ਉੱਚੇ ਚਿਨ ਕੈ ਕੀਨਾ। ਹਾਂ, ਇੰਨਾ ਉੱਚਾ ਆਵਾ ਲਾਇਆ, ਬਹੁਤ ਉੱਚੀਆਂ ਇੱਟਾਂ ਲਾਉਣ ਦਾ ਫੁਰਨਾ ਬਣਾਇਆ ਪਹਾੜ ਵਾਂਗ ਜੀ। ਰਹੇ ਸਕੇਲਤ ਬਹੁਤ ਮਹੀਨਾ। ਕਈ ਮਹੀਨਿਆਂ ਤੱਕ ਇੱਟਾਂ ਜਿਹੜੀਆਂ ਇਕੱਠੀਆਂ ਹੁੰਦੀਆਂ ਰਹੀਆਂ, ਤੇ ਖੁੱਲੀ ਮਾਇਆ ਭਾਈ ਬੁੱਧੂ ਜੀ ਆਪਣੇ ਆਵੇ ਉੱਤੇ ਲਾ ਰਹੇ ਜੀ। ਹਾਂਜੀ। ਲਾਗਤ ਰਹਿਓ ਅਧਿਕ ਹੀ ਦਰਬਾ। ਲੀਨ ਬਣਕ ਤੇ ਰਿਣ ਕਰ ਸਰਬਾ। ਗੱਜ ਕੇ ਆਖੋ ਵਾਹਿਗੁਰੂ। ਇਸ ਕੰਮ ਵਾਸਤੇ ਭਾਈ ਬੁੱਧੂ ਜੀ ਨੇ ਕਰਜ਼ਾ ਵੀ ਲਿਆ ਜੀ। ਇੱਕ ਬਾਣੀਏ ਦੇ ਕੋਲੋਂ ਬੰਦੇ ਨੂੰ ਆਸ ਹੁੰਦੀ ਹੈ ਵੀ ਮੈਨੂੰ ਮਾਇਆ ਮਿਲ ਜਾਣੀ ਹੈ, ਮੈਂ ਦੇ ਦੇਣੀ ਹੈ, ਵਾਪਸ ਮੋੜ ਦੇਣੀ ਹੈ। ਭਾਈ ਬੁੱਧੂ ਜੀ ਨੇ ਕਰਜ਼ਾ ਲਿਆ ਜੀ। ਹਾਂਜੀ। ਬਿਕਹੇ ਈਂਟ ਕਾ ਦੈਬੋ ਤੋਹੇ। ਉਸ ਬਾਣੀਏ ਨੂੰ ਆਖਿਆ, ਭਰਾਵਾ ਜਦੋਂ ਇੱਟਾਂ ਵਿਕ ਗਈਆਂ, ਮਾਇਆ ਖੁੱਲੀ ਮਿਲ ਜਾਣੀ ਹੈ, ਮੈਂ ਤੇਰਾ ਕਰਜ਼ਾ ਲਾ ਦਿਆਂਗਾ। ਹਾਂਜੀ। ਕਿਤਕ ਮਾਸ ਮਹਿ ਇਹੋ ਸਿੱਧ ਹੋਏ। ਬਸ ਕੁਝ ਮਹੀਨਿਆਂ ਦੀ ਗੱਲ ਹੈ, ਇੱਟਾਂ ਪੱਕ ਜਾਣੀਆਂ, ਆਵਾ ਪੱਕ ਜਾਣਾ ਚੰਗੀ ਤਰੀਕੇ ਨਾਲ। ਦਰਬ ਉਦਾਰੋ ਲੈ ਕਰ ਸੋਈ। ਦੇਤ ਮਜੂਰ ਮਜੂਰੀ ਓਈ। ਤੇ ਮਜ਼ਦੂਰਾਂ ਨੂੰ ਮਜ਼ਦੂਰੀ ਦੇਣੀ ਰੋਜ਼।
ਕਰਜ਼ਾ ਲੈ ਕੇ ਜੀ। ਗੱਜ ਕੇ ਆਖੋ ਵਾਹਿਗੁਰੂ। ਉਂਝ ਜਦੋਂ ਬੰਦਾ ਕਰਜ਼ਾ ਲੈਂਦਾ ਮਨ ਉਹਦਾ ਐਂ ਹੀ ਹੁੰਦਾ ਰਹਿੰਦਾ ਜੀ, ਹੈ ਪਤਾ ਨਹੀਂ ਗੱਲ ਬਣਨੀ ਕਿ ਨਹੀਂ ਬਣਨੀ। ਕਰਜ਼ਾ ਲਿਆ ਜੀ। ਹਾਂਜੀ। ਨਰ ਸਹਸਰੀ ਕਾਰ ਕਮਾਵੈ, ਹਾਂਜੀ। ਸੰਧਿਆ ਹੋਏ ਦਿਹਾੜੀ ਪਾਵੈ। ਬੜਾ ਵੱਡਾ ਇੱਟਾਂ ਦਾ ਕੰਮ ਸ਼ੁਰੂ ਕੀਤਾ ਜੀ। ਭਾਈ ਬੁੱਧੂ ਦੇ ਅਧੀਨ ਹਜ਼ਾਰਾਂ ਹੀ ਬੰਦੇ ਕੰਮ ਕਰਦੇ ਸਨ ਜੀ। ਹਰ ਰੋਜ਼ ਦਿਹਾੜੀ ਲੈਂਦੇ ਸਨ ਜੀ ਉਹ ਬੰਦੇ। ਹਾਂਜੀ। ਕਿਤਕ ਮਾਸ ਮਹਿ ਕੀਨ ਮਹਾਨਾ, ਅਗਨ ਲਾਏ ਬੇ ਕੋ ਮਨ ਜਾਨਾ। ਹੁਣ ਜਦੋਂ ਕਾਫੀ ਇੱਟਾਂ ਚੀਕਣੀਆਂ, ਉਹਨਾਂ ਨੂੰ ਸਾਂਚੇ 'ਚ ਪਾ ਕੇ ਇੱਟਾਂ ਤਿਆਰ ਹੋ ਗਈਆਂ। ਹੁਣ ਇੱਟਾਂ ਪਕਾਉਣੀਆਂ ਸਨ ਜੀ। ਵਾਹਿਗੁਰੂ ਅੱਗ ਬਾਲਣ ਦਾ ਫੁਰਨਾ ਬਣਾਇਆ ਭਾਈ ਬੁੱਧੂ ਜੀ ਨੇ। ਹਾਂਜੀ। ਬੁੱਧੂ ਕਰ ਵਿਚਾਰ ਔਰ ਨੀਕੇ। ਤੇ ਭਾਈ ਬੁੱਧੂ ਜੀ ਨੇ ਨਾ ਪਹਿਲਾਂ ਆਪਣੇ ਮਨ 'ਚ ਇੱਕ ਚੰਗੀ ਵਿਚਾਰ ਕੀਤੀ ਜੀ। ਗੱਜ ਕੇ ਆਖੋ ਵਾਹਿਗੁਰੂ। ਚੰਗੀ ਵਿਚਾਰ ਮਨ ਵਿੱਚ ਆਈ ਜੀ। ਹਾਂਜੀ। ਪ੍ਰਥਮ ਪੂਜੀਐ ਪਦ ਗੁਰੂ ਜੀ ਕੇ। ਮਨ 'ਚ ਸੋਚਿਆ ਵੀ ਪਹਿਲਾਂ ਮੈਂ ਮਹਾਰਾਜ ਦੇ ਚਰਨਾਂ ਦੀ ਪੂਜਾ ਕਰ ਆਵਾਂ। ਮਹਾਰਾਜ ਦੀ ਬਾਣੀ ਕਹਿੰਦੀ ਨਾ, ਕੀਤਾ ਲੋੜੀਐ ਕੰਮ ਸੋ ਹਰਿ ਪਹਿ ਆਖੀਐ। ਕੋਈ ਕੰਮ ਕਰਨਾ ਪਹਿਲਾਂ ਸਤਿਗੁਰਾਂ ਨੂੰ ਆਖੋ, ਬੇਨਤੀ ਕਰੋ। ਗੁਰਸਿੱਖ ਦੀ ਮਰਿਆਦਾ ਹੈ। ਭਾਈ ਬੁੱਧੂ ਜੀ ਨੇ ਫੁਰਨਾ ਬਣਾਇਆ ਵੀ ਪਹਿਲਾਂ ਮੈਂ ਮਹਾਰਾਜ ਨੂੰ ਬੇਨਤੀ ਕਰਕੇ ਆਵਾਂ। ਹੋਏ ਨਿਰਵਿਘਨ ਸੋ ਕਾਜ ਸਮਾਪਤ। ਤਾਂ ਕਿ ਕਾਰਜ ਨਿਰਵਿਘਨਤਾ ਸਹਿਤ ਸੰਪੂਰਨ ਹੋ ਜਾਵੇ। ਜੋ ਮੈਂ ਸੋਚਿਆ ਲਾਭ ਲੈਣ ਬਾਰੇ ਉਹ ਮੈਨੂੰ ਮਿਲ ਵੀ ਜਾਵੇ ਸਾਰਾ ਕੁਛ। ਇਹੋ ਮਹਿਮਾ ਸਤ ਸੰਗਤ ਭਾਖਤ। ਇਮ ਮਨ ਠਾਨ ਕੀਨ ਪ੍ਰਸਥਾਨਾ। ਰਾਮਦਾਸਪੁਰ ਦਿਸ਼ ਗੁਰ ਜਾਨਾ। ਮਹਾਰਾਜ ਸੱਚੇ ਪਾਤਸ਼ਾਹ ਸੰਗਤ ਦੀ ਮਹਿਮਾ ਦੱਸਦੇ ਹੁੰਦੇ ਆ ਵੀ ਭਾਈ ਸੰਗਤ 'ਚ ਅਰਦਾਸ ਕਰਾਓ, ਪੂਰੀ ਹੁੰਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਤੇ ਮੈਂ ਵੀ ਸੰਗਤ ਵਿੱਚ ਜਾ ਕੇ ਅਰਦਾਸ ਕਰਾਵਾਂ ਮਹਾਰਾਜ ਦੇ ਚਰਨਾਂ 'ਚ। ਹਾਂਜੀ। ਕੋਈ ਕੰਮ ਅੜਿਆ ਹੋਵੇ ਨਾ ਸਾਧ ਸੰਗਤ ਜੀ, ਜਿੱਥੇ ਸੰਗਤ ਹੋਵੇ, ਚਾਰ ਸਰੀਰ ਜੁੜੇ, ਉੱਥੇ ਜਾ ਕੇ ਅਰਦਾਸ ਕਰਾਓ। ਅਰਦਾਸ ਕਰਾਓ, ਮਹਾਰਾਜ ਕਿਰਪਾ ਕਰ ਦਿੰਦੇ ਹੈ। ਭਾਈ ਬੁੱਧੂ ਜੀ ਨੇ ਸੋਚਿਆ ਵੀ ਮੈਂ ਵੀ ਮਹਾਰਾਜ ਦੇ ਚਰਨਾਂ 'ਚ ਜਾ ਕੇ ਅਰਦਾਸ ਕਰਾਂ, ਤਰਲਾ ਲਵਾਂ ਮਹਾਰਾਜ ਦੇ ਚਰਨਾਂ 'ਚ। ਇਹ ਵਿਚਾਰ ਕਰਕੇ ਉਹ ਅੰਮ੍ਰਿਤਸਰ ਨੂੰ ਤੁਰ ਪਏ ਜੀ। ਕਿੱਥੋਂ ਤੁਰੇ ਭਲਾ? ਲਾਹੌਰ ਤੋਂ। ਹਾਂਜੀ। ਮਗ ਮਹਿ ਨਿਸਬਸ ਪਹੁੰਚਿਓ ਆਏ। ਇੱਕ ਰਾਤ ਰਸਤੇ ਵਿੱਚ ਰਹੇ ਜੀ। ਕਿਤੇ ਪੜਾਅ ਕੀਤਾ ਜੀ। ਰਸਤਾ ਲੰਬਾ ਹੈ ਤੇ ਫਿਰ ਤੁਰੇ ਜੀ। ਹਾਂਜੀ। ਨੀਰ ਕੂਪ ਸੋ ਪ੍ਰਥਮ ਨਹਾਏ। ਤੇ ਪਹਿਲਾਂ ਜੀ ਖੂਹ ਦੇ ਪਾਣੀ ਨਾਲ ਇਸ਼ਨਾਨ ਕੀਤਾ ਜੀ ਭਾਈ ਬੁੱਧੂ ਜੀ ਨੇ ਜੀ। ਜਪਜੀ ਜਪਜੀ ਪਾਠ ਸੋ ਪ੍ਰੇਮ ਬਖਾਨਾ। ਵਾਹ ਵਾਹ। ਗੱਜ ਕੇ ਆਖੋ ਵਾਹਿਗੁਰੂ। ਸੰਗਤ 'ਚ ਜਾਣਾ, ਸਤਿਗੁਰੂ ਜੀ ਦੇ ਦਰਸ਼ਨ ਕਰਨੇ ਆ। ਪਹਿਲਾਂ ਇਸ਼ਨਾਨ ਕੀਤਾ, ਫਿਰ ਜਪਜੀ ਸਾਹਿਬ ਦਾ ਪਾਠ ਕੀਤਾ ਜੀ। ਹਾਂਜੀ। ਨਿਜ ਮੰਦਰ ਮਹਿ ਸਤਿਗੁਰ ਬੈਸੇ। ਸਦਨ ਬੈਕੁੰਠ ਬਿਸ਼ਨ ਪ੍ਰਭ ਜੈਸੇ। ਗਰੀਬ ਨਵਾਜ ਸੱਚੇ ਪਾਤਸ਼ਾਹ ਆਪਣੇ ਅਸਥਾਨ ਤੇ ਸਨ ਉਸ ਸਮੇਂ ਜੀ। ਹਾਂਜੀ। ਗਾਏ ਰਬਾਬੀ ਰਾਗਨ ਚਾਰੂ। ਕਹਿੰਦੇ ਮਹਾਰਾਜ ਆਪਣੇ ਅਸਥਾਨ ਤੇ ਭਾਵ ਸੰਗਤ ਦੇ ਵਿੱਚ ਬੈਠੇ ਆ। ਇੰਨੇ ਸੋਹਣੇ ਲੱਗਦੇ ਆ ਮਹਾਰਾਜ। ਕਹਿੰਦੇ ਸਦਨ ਬੈਕੁੰਠ ਬਿਸ਼ਨ ਪ੍ਰਭ ਜੈਸੇ, ਜਿਵੇਂ ਸਵਰਗ 'ਚ ਵਿਸ਼ਨੂੰ ਜੀ ਫੱਬਦੇ ਆ ਜੀ, ਉਵੇਂ ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਰੂਪੀ ਸੱਚਖੰਡ ਵਿੱਚ ਬੈਠੇ ਫੱਬ ਰਹੇ ਨੇ ਜੀ। ਗਾਏ ਰਬਾਬੀ। ਗਾਏ ਰਬਾਬੀ ਰਾਗਨ ਚਾਰੂ। ਹਜ਼ੂਰੀ ਵਿੱਚ ਕੀਰਤਨ ਹੋ ਰਿਹਾ ਹੈ ਜੀ। ਹਾਂਜੀ। ਜਿਨ ਸੁਨਬੇ ਫਲ ਪਾਏ ਉਦਾਰੂ। ਜਿਸ ਕੀਰਤਨ ਨੂੰ ਸੁਣਨ ਨਾਲ ਜੀਵ ਦਾ ਭਲਾ ਹੁੰਦਾ ਹੈ, ਬੜਾ ਫਲ ਮਿਲਦਾ ਹੈ। ਹਾਂਜੀ। ਧਨ ਕੋ ਢੇਰ ਅਗਾਰੀ ਪਰਿਓ। ਅੱਗੇ ਮਾਇਆ ਦਾ ਢੇਰ ਲੱਗਾ ਜੀ ਸੱਚੇ ਪਾਤਸ਼ਾਹ ਜੀ ਦੇ ਜੀ। ਹਾਂਜੀ। ਉਹ ਪਹਿਲਾਂ ਦਰਬਾਰ ਸਾਹਿਬ ਜਾਈਦਾ ਸੀ ਤਾਂ ਸਿੱਕਿਆਂ ਦਾ ਢੇਰ ਪਿਆ ਹੁੰਦਾ ਸੀਗਾ ਜੀ। ਉਹ ਮਾਇਆ ਦਾ ਢੇਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਲੱਗਾ ਸੀਗਾ ਜੀ। ਹਾਂਜੀ। ਹੋਤ ਪ੍ਰਾਤ ਤੇ ਜੇ ਤਿਕ ਚਰਿਓ। ਉਹ ਸਵੇਰ ਦਾ ਕਰਦਿਆਂ ਕਰਦਿਆਂ ਢੇਰ ਲੱਗ ਗਿਆ ਸੀਗਾ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਜੀ। ਹਾਂਜੀ। ਦਾਸ ਚਮਰ ਲੈ ਸੀਸ ਝੁਟਾਰੈ। ਤੇ ਦਾਸ ਚਮਰ ਲੈ ਸੀਸ ਢੁਰਾਵੈ। ਸੇਵਕ ਮਹਾਰਾਜ ਦੇ ਸੀਸ ਉੱਤੇ ਚੌਰ ਸਭ ਕਰ ਰਿਹਾ ਸੀਗਾ ਜੀ। ਹਾਂਜੀ।
ਆਸਨ ਪਰਥਿਤ ਗੁਰ ਦੁਤ ਪਾਵੈ। ਗਰੀਬ ਨਵਾਜ ਆਸਣ ਤੇ ਬੈਠੇ ਨੇ, ਸੱਜੇ ਨੇ, ਬਹੁਤ ਫੱਬ ਰਹੇ ਨੇ ਜੀ। ਹਾਂਜੀ। ਸਿੱਖ ਸੰਗਤ ਚਾਰਹੁ ਦਿਸ਼ ਦਰਸ਼ੈ। ਸਿੱਖ ਸੰਗਤਾਂ ਬੈਠੀਆਂ ਤੁਹਾਡੇ ਵਾਂਗੂ ਚਾਰੇ ਪਾਸੇ ਗੁਰੂ ਅਰਜਨ ਸਾਹਿਬ ਜੀ ਦੇ ਆਲੇ ਦੁਆਲੇ ਸੰਗਤ ਬੈਠੀ ਹੈ। ਮੁਨਗਨ ਮਨਹੁ ਸੰਭ ਵਿੱਚ ਪਰਸੈ। ਕਹਿੰਦੇ ਜਿਵੇਂ ਵੱਡੇ ਵੱਡੇ ਮੁਨੀ ਬੈਠੇ ਹੋਣ ਤੇ ਵਿੱਚ ਸ਼ਿਵ ਜੀ ਬੈਠੇ ਫੱਬਦੇ ਆ ਜੀ। ਮਹਾਰਾਜ ਇਸ ਤਰ੍ਹਾਂ ਬੈਠੇ ਸ੍ਰੀ ਗੁਰੂ ਅਰਜਨ ਸਾਹਿਬ ਜੀ। ਪਿਆਰ ਨਾਲ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਬੁੱਧੂ ਜਾਏ ਉਪਾਇਨ ਧਰੀ। ਉਸ ਸੋਹਣੇ ਸੱਚਖੰਡ ਦੇ ਵਿੱਚ ਭਾਈ ਬੁੱਧੂ ਜੀ ਵੀ ਚੱਲ ਕੇ ਆਏ ਜੀ। ਮਹਾਰਾਜ ਦੇ ਚਰਨਾਂ ਦੇ ਵਿੱਚ ਅੱਗੇ ਭੇਟਾ ਰੱਖੀ ਜੀ। ਹਾਂਜੀ। ਤਬ ਅਰਦਾਸ ਮੇਵਰੇ ਕਰੀ। ਮੱਥਾ ਟੇਕਿਆ। ਇੱਕ ਅਰਦਾਸੀਆ ਸਿੱਖ ਹੁੰਦਾ ਸੀਗਾ ਜੀ ਲਾਗੇ ਖਲੋਤਾ ਜੀ। ਹਰਿਮੰਦਰ ਸਾਹਿਬ ਦੀ ਮਰਿਆਦਾ ਲਗਭਗ ਉਹੋ ਜਿਹੀ ਹੈ ਜੀ ਸਾਰੀ ਜੀ। ਭਾਈ ਬੁੱਧੂ ਜੀ ਨੇ ਅਰਦਾਸੀਏ ਸਿੱਖ ਨੂੰ ਦੱਸਿਆ ਵੀ ਮੈਂ ਇੱਟਾਂ ਦਾ ਆਵਾ ਲਾਇਆ ਤੇ ਉਹ ਪੱਕੀਆਂ ਨਿਕਲਣ ਇੱਟਾਂ, ਮੇਰਾ ਆਵਾ ਪੱਕ ਜਾਵੇ ਸੋਹਣਾ। ਅੱਗ ਡਾਉਣ ਤੋਂ ਪਹਿਲਾਂ ਅਰਦਾਸ ਕਰਾਉਣ ਆਏ ਸਨ ਜੀ। ਤਬ ਅਰਦਾਸ ਮੇਵਰੇ ਕਰੀ। ਭਾਈ ਬੁੱਧੂ ਜੀ ਤੋਂ ਸੁਣ ਕੇ ਅਰਦਾਸੀਏ ਸਿੱਖ ਨੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਜੀ। ਹਾਂਜੀ। ਸ਼੍ਰੀ ਗੁਰੂ ਜੀ ਇਹੋ ਸਿੱਖ ਤੁਮਾਰਾ। ਹੇ ਸੱਚੇ ਪਾਤਸ਼ਾਹ ਗਰੀਬ ਨਵਾਜ ਪ੍ਰਤੱਖ ਹਰ ਗੁਰੂ ਅਰਜਨ ਦੇਵ ਮਹਾਰਾਜ, ਇਹ ਆਪ ਜੀ ਦਾ ਸਿੱਖ ਮਹਾਰਾਜ ਲਾਹੌਰ ਤੋਂ ਚੱਲ ਕੇ ਆਇਆ। ਹਾਂਜੀ। ਜਾਚਤ ਰਾਵਰ ਸਿਦਕ ਉਦਾਰਾ। ਆਪ ਜੀ ਦੇ ਕੋਲੋਂ ਉੱਤਮ ਸਿਦਕ ਮੰਗ ਰਿਹਾ ਮਹਾਰਾਜ। ਹਾਂਜੀ। ਬਹੁਤਨ ਸੰਗ ਪਜਾਵਾ ਲਾਇਵ। ਹਜ਼ਾਰਾਂ ਬੰਦੇ ਦਿਹਾੜੀ ਲੈ ਰਹੇ ਨੇ, ਲੱਖਾਂ ਰੁਪਈਆਂ ਦੀ ਮਾਇਆ ਲਾ ਕੇ ਕਰਜ਼ਾ ਲੈ ਕੇ ਇਹਨੇ ਇੱਟਾਂ ਦਾ ਆਵਾ ਲਾਇਆ ਮਹਾਰਾਜ ਸੱਚੇ ਪਾਤਸ਼ਾਹ। ਹਾਂਜੀ। ਤੇ ਸਿੱਧ ਹੋਤ ਅਬੈ ਚਲ ਆਏਵ। ਉਹ ਠੀਕ ਠਾਕ ਪੱਕ ਜਾਵੇ, ਇਸ ਵਾਸਤੇ ਸਿੱਖ ਤੁਹਾਡੇ ਚਰਨਾਂ 'ਚ ਅਰਦਾਸ ਕਰ ਰਿਹਾ ਹੈ ਜੀ। ਜੋੜੋ ਹੱਥ ਸਾਰੇ ਕਹੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਚੇਤਾ ਰੱਖਿਓ ਅਰਦਾਸ ਕਰਨ ਵਾਲੇ ਦੀਆਂ ਕੁਝ ਨਿਸ਼ਾਨੀਆਂ ਹੁੰਦੀਆਂ ਨੇ ਜੀ। ਹਾਂਜੀ। ਸਤਿਗੁਰੂ ਜੀ ਦੀ ਹਜ਼ੂਰੀ 'ਚ ਆਉਣਾ, ਨਿਮਰਤਾ ਦੇ ਨਾਲ ਹੱਥ ਜੋੜਨੇ, ਸਿਰ ਝੁਕਾ ਕੇ ਖਲੋਣਾ ਮਹਾਰਾਜ ਦੀ ਹਾਜ਼ਰੀ 'ਚ ਜੀ। ਬਹੁਤ ਕੁਝ ਸਿੱਖਣ ਦੀ ਲੋੜ ਹੈਗੀ ਜੀ। ਮੈਂ ਵੇਖਦਾ ਰਹਿਣਾ, ਮੈਂ ਤਾਂ ਬੇਨਤੀ ਕੀਤੀ ਜੀ। ਇੰਨਾ ਸਮਾਂ ਹੋ ਗਿਆ ਪਰ ਅਜੇ ਸਾਡੇ ਸਿੱਖਾਂ ਨੂੰ ਅਰਦਾਸ ਵਿੱਚ ਖਲੋਣ ਦੀ ਜਾਚ ਨਹੀਂ ਆਈ ਜੀ। ਹਾਂਜੀ। ਪੈਰ ਵੀ ਜੋੜਨੇ, ਹੱਥ ਵੀ ਜੋੜਨੇ ਤੇ ਸਿਰ ਵੀ ਜੋੜਨਾ ਜੀ। ਸਿਰ ਝੁਕਾਉਣਾ ਜੀ। ਇਸ ਤਰ੍ਹਾਂ ਅਰਦਾਸ 'ਚ ਖਲੋਣਾ ਜੀ। ਕਿਵੇਂ? ਪੈਰ ਵੀ ਜੋੜਨੇ ਆ, ਹੱਥ ਵੀ ਜੋੜਨੇ ਆ, ਸਿਰ ਝੁਕਾ ਕੇ ਰੱਖਣਾ ਹੈ ਜੀ। ਭਾਈ ਬੁੱਧੂ ਜੀ ਇਸ ਤਰ੍ਹਾਂ ਖਲੋਤੇ ਆ ਤੇ ਅਰਦਾਸੀਆ ਅਰਦਾਸ ਕਰ ਰਿਹਾ ਜੀ। ਹਾਂਜੀ। ਪਾਕਹਿ ਨੀਕਹੁ ਬਾਕ ਤੁਮਾਰਾ। ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰੋ, ਆਵਾ ਚੰਗੀ ਤਰ੍ਹਾਂ ਸੱਚੇ ਪਾਤਸ਼ਾਹ ਇਹਦਾ ਬਣ ਜਾਵੇ, ਪੱਕ ਜਾਵੇ ਇੱਟਾਂ ਨਾਲ, ਇੱਟਾਂ ਚੰਗੀ ਤਰ੍ਹਾਂ ਪੱਕਣ, ਇਹ ਬਚਨ ਕਰ ਦਿਓ ਮਹਾਰਾਜ। ਹਾਂਜੀ। ਚਹਿਤ ਕਹਾਇਓ ਹਵੈ ਨ ਬਿਗਾਰਾ। ਮਹਾਰਾਜ ਕਿਉਂ? ਸਿੱਖ ਕਹਿ ਰਿਹਾ ਜਦੋਂ ਤੁਸੀਂ ਕਿਰਪਾ ਕਰ ਦੋਗੇ ਵਿਘਨ ਨਹੀਂ ਪਏਗਾ। ਗੁਰੂ ਅਰਜਨ ਸਾਹਿਬ ਮੁਸ਼ਕਲਾਂ ਨੂੰ ਦੂਰ ਕਰਦੇ। ਸ਼੍ਰੀ ਅਰਜਨ ਵਿਘਨ ਕੇ ਨਾਸ਼ਕ। ਹਾਂਜੀ। ਕਰੁਣਾ ਭਰੇ ਰਸੀਲੇ ਨੈਣ। ਸੱਚੇ ਪਾਤਸ਼ਾਹ ਜੀ ਦੇ ਨੇਤਰਾਂ 'ਚ ਦਇਆ, ਤਰਸ ਹੈ, ਮਿਹਰ ਹੈ। ਹਾਂਜੀ। ਸੁਨ ਇਸ ਕੋ ਪਿਕ ਕਰ ਕਹਿ ਬੈਨ। ਸੱਚੇ ਪਾਤਸ਼ਾਹ ਜੀ ਨੇ ਨਾ ਜੀ ਉਸ ਦਇਆ ਤਰਸ ਦੇ ਨਾਲ ਭਾਈ ਬੁੱਧੂ ਜੀ ਵੱਲ ਵੇਖਿਆ ਜੀ। ਹਾਂਜੀ। ਕਾਰਜ ਤੋਰ ਸਿੱਧ ਹੋਏ ਜਾਏ, ਸੇਵਹੁ ਸਿੱਖਿਅਨ ਕੋ ਮਨ ਲਾਏ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਐ ਗੱਜ ਕੇ ਕਰੀ ਕਹਿ ਦਿਓ ਸਾਰੇ। ਸੱਚੇ ਪਾਤਸ਼ਾਹ ਨੇ ਫਿਰ ਬਚਨ ਕੀਤਾ। ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਭਾਈ ਬੁੱਧੂ ਤੇਰਾ ਕੰਮ ਬਣ ਜਾਏਗਾ, ਸਿੱਖਾਂ ਦੀ ਸੇਵਾ ਕਰੀ ਕਹਿਣ ਲੱਗੇ। ਸਿੱਖਾਂ ਦੀ ਸੇਵਾ ਕਰੀ, ਤੇਰਾ ਕਾਰਜ ਸਿੱਧ ਹੋ ਜਾਏਗਾ।
ਹਾਂਜੀ। ਪਾਕ ਈਂਟ ਕਾ ਹੋ ਵਹਿ ਨੀਕੇ। ਇੱਟਾਂ ਚੰਗੀ ਤਰ੍ਹਾਂ ਪੱਕਣਗੀਆਂ, ਮਹਾਰਾਜ ਕਹਿਣ ਲੱਗੇ। ਇੱਟਾਂ ਪੱਕਣਗੀਆਂ ਚੰਗੀ ਤਰ੍ਹਾਂ, ਕਹਿਣ ਲੱਗੇ। ਹਾਂਜੀ। ਕਰਹੁ ਮਨੋਰਥ ਪੂਰਨ ਜੀ ਕੇ। ਤੇਰੇ ਹਿਰਦੇ ਦਾ ਮਨੋਰਥ ਪੂਰਾ ਹੋਏਗਾ। ਸਿੱਖਾਂ ਦੀ ਖੁਸ਼ੀ ਲੈ, ਸਿੱਖਾਂ ਦੀ ਸੇਵਾ ਕਰ, ਕਹਿਣ ਲੱਗੇ। ਹਿਮ ਸੁਨ ਕੇ ਤਬ ਬੰਧਨ ਠਾਨੀ। ਇਹ ਸੁਣ ਕੇ ਭਾਈ ਬੁੱਧੂ ਜੀ ਨੇ ਮਹਾਰਾਜ ਨੂੰ ਮੱਥਾ ਟੇਕਿਆ ਜੀ। ਅਰਦਾਸ ਤੋਂ ਬਾਅਦ ਹਮੇਸ਼ਾ ਮੱਥਾ ਟੇਕਣਾ ਜੀ। ਹਾਂਜੀ। ਪੁਨ ਆਇਹੁ ਲਵਪੁਰੀ ਮਹਾਨੀ। ਤੇ ਬੜਾ ਵੱਡਾ ਨਗਰ ਹੈ ਲਾਹੌਰ। ਭਾਈ ਬੁੱਧੂ ਜੀ ਇੱਕ ਰਾਤ ਰਸਤੇ 'ਚ ਰਹਿ ਕੇ ਫਿਰ ਲਾਹੌਰ ਪਹੁੰਚ ਗਏ ਜੀ। ਹਾਂਜੀ। ਗੁਰੂ ਵਾਕ ਪਰ ਕਰ ਵਿਸ਼ਵਾਸ। ਹੁਣ ਮਹਾਰਾਜ ਦੇ ਬਚਨਾਂ ਤੇ ਭਰੋਸਾ ਹੈ ਵੀ ਗੁਰੂ ਸਾਹਿਬ ਨੇ ਕਿਹਾ ਸਿੱਖਾਂ ਦੀ ਸੇਵਾ ਕਰ, ਆਵਾ ਪੱਕਾ ਹੀ ਨਿਕਲੇਗਾ। ਹਾਂਜੀ। ਦਈ ਪਜਾਵੈ ਅਗਨ ਪ੍ਰਕਾਸ਼। ਸਤਿਗੁਰੂ ਜੀ ਦੇ ਚਰਨਾਂ ਦਾ ਆਸਰਾ ਲੈ ਕੇ ਤੇ ਅੱਗ ਬਾਲੀ ਜੀ। ਫਿਰ ਇੱਟਾਂ ਪਕਾਉਣ ਵਾਸਤੇ ਜੀ। ਨਵੀਂ ਜਨਰੇਸ਼ਨ ਨੂੰ ਨਹੀਂ ਪਤਾ ਹੋਣਾ, ਪਹਿਲਾਂ ਚੀਕਣੀ ਮਿੱਟੀ ਨੂੰ ਇਕੱਠੀ ਕਰਦੇ ਸਨ, ਉਹ ਸ਼ੇਪ ਬਣਾਉਂਦੇ ਨੇ ਇੱਟਾਂ ਦੀ। ਉਹ ਜਦੋਂ ਕਿੰਨੀਆਂ ਇਹੋ ਜਿਹੀਆਂ ਇੱਟਾਂ ਉਹ ਕੱਚੀਆਂ ਹੁੰਦੀਆਂ ਨੇ, ਗਿੱਲੀਆਂ ਹੁੰਦੀਆਂ ਨੇ, ਉਹਨਾਂ ਨੂੰ ਪਕਾਉਣ ਵਾਸਤੇ ਬਾਲਣ ਬਾਲਦੇ ਆ ਲਾਗੇ ਜੀ। ਸੇਕ ਨਾਲ ਉਹ ਇੱਟਾਂ ਪੱਕਦੀਆਂ ਨੇ ਚੰਗੀ ਤਰ੍ਹਾਂ। ਸੋ ਬਾਲਣ ਬਾਲਣਾ ਸ਼ੁਰੂ ਕੀਤਾ ਜੀ ਵੀ ਆਵਾ ਪੱਕਾ ਨਿਕਲੇ, ਇੱਟਾਂ ਚੰਗੀ ਤਰ੍ਹਾਂ ਪੱਕ ਜਾਣ। ਹਾਂਜੀ। ਕਿਤਕ ਦਿਓਸ ਮਹਿ ਮੋਹਰੀ ਖੋਲੀ। ਪਾਕੀ ਈਂਟ ਭਈ ਬਹੁ ਮੋਲੀ। ਤੇ ਥੋੜੀ ਜੀ ਮੋਹਰੀ ਖੋਲ ਕੇ ਨਾ ਤੇ 2 ਇੱਟਾਂ ਵੇਖੀਆਂ, ਚੈੱਕ ਕੀਤੀਆਂ ਜੀ, ਤੇ ਉਹ ਇੱਟਾਂ ਪੱਕੀਆਂ ਹੋਈਆਂ ਸਨ ਜੀ। ਗੱਜ ਕੇ ਆਖੋ ਵਾਹਿਗੁਰੂ। ਤੇ ਭਾਈ ਸਾਹਿਬ ਨੂੰ ਆਇਆ ਵੀ ਚਲੋ ਇੱਟਾਂ ਪੱਕੀਆਂ ਨੇ। ਹਾਂਜੀ। ਸਿੱਖਿਆਨ ਕੋ ਆਹਾਰ ਅਚਵਾਵੋ। ਹੁਣ ਮਨ 'ਚ ਫੁਰਨਾ ਬਣਾਇਆ ਵੀ ਮੈਂ ਫਿਰ ਸੰਗਤ ਨੂੰ ਪ੍ਰਸ਼ਾਦਾ ਛਕਾਵਾਂ। ਗੱਜ ਕੇ ਆਖੋ ਵਾਹਿਗੁਰੂ। ਸਾਰੀਆਂ ਸੰਗਤਾਂ ਨੂੰ ਮੈਂ ਪ੍ਰਸ਼ਾਦਾ ਛਕਾਵਾਂ। ਹਾਂਜੀ। ਸਦਨ ਆਨ ਆਛੇ ਤ੍ਰਿਪਤਾਵੋ। ਤੇ ਆਪਣੇ ਘਰ ਸੱਦਾਂ ਸਾਰੀ ਸੰਗਤ ਨੂੰ, ਸਾਰੀ ਸੰਗਤ ਨੂੰ ਸੱਦ ਕੇ ਤੇ ਐ ਰਜਵਾਂ ਭੋਜਨ ਛਕਾਵਾਂ। ਕਿਉਂ ਮਹਾਰਾਜ ਨੇ ਬਚਨ ਵੀ ਕੀਤਾ ਨਾ, ਇੱਟਾਂ ਪੱਕੀਆਂ ਨਿਕਲਣਗੀਆਂ ਪਰ ਸਿੱਖਾਂ ਦੀ ਸੇਵਾ ਕਰੀ। ਹਾਂਜੀ। ਪੁਨ ਵੇਚੋਂ ਸਭ ਈਟ ਪਜਾਵੋ। ਪਹਿਲਾਂ ਮੈਂ ਸੰਗਤ ਨੂੰ ਪ੍ਰਸ਼ਾਦਾ ਛਕਾਵਾਂ, ਫਿਰ ਇੱਟਾਂ ਵੇਚਾਂ। ਹਾਂਜੀ। ਤਨ ਦੈਨੋ ਜਿਸ ਤੇ ਨਿਤ ਲਿਆਵੋ। ਤੇ ਫਿਰ ਜਿਹਦੇ ਕੋਲੋਂ ਕਰਜ਼ ਲਿਆ ਪਹਿਲਾਂ ਉਹ ਕਰਜ਼ਾ ਲਾਵਾਂਗਾ। ਬੰਦੇ ਨੇ ਬੜੀਆਂ ਸਕੀਮਾਂ ਬਣਾਈਆਂ ਹੁੰਦੀਆਂ ਜੀ। ਗੱਜ ਕੇ ਆਖੋ ਵਾਹਿਗੁਰੂ। ਕੋਈ ਕੰਮ ਆਰੰਭਣਾ ਕਰਨਾ, ਬੜੀਆਂ ਸਕੀਮਾਂ ਬਣਾਈਆਂ ਹੁੰਦੀਆਂ। ਅਸੀਂ ਵੀ ਤੇ ਬਣਾਉਂਦੇ ਹੀ ਆ, ਕਈ ਸਕੀਮਾਂ ਬਣਾਉਂਦੇ ਆ। ਉਹ ਮਨ 'ਚ ਸਕੀਮਾਂ ਬਣਾਉਂਦੇ ਵੀ ਪਹਿਲਾਂ ਮੈਂ ਪ੍ਰਸ਼ਾਦਾ ਛਕਾਵਾਂ, ਫਿਰ ਇੱਟਾਂ ਵੇਚਾਂਗਾ, ਪਹਿਲਾਂ ਮੈਂ ਕਰਜ਼ਾ ਲਾਉਣਾ। ਹਾਂਜੀ। ਸਦਨ ਜਾਏ ਕੈ ਕੀ ਨਸ ਤਿਆਰੀ। ਬਸ ਫਿਰ ਘਰ ਜਾ ਕੇ ਦਿਨ ਨਿਯਤ ਕੀਤਾ ਸੰਗਤ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਜੀ। ਭੋਜਨ ਸਵਾਦਲ ਅਨੇਕ ਪ੍ਰਕਾਰੀ। ਬੜੇ ਤਰੀਕਿਆਂ ਦਾ ਬੜਾ ਸਵਾਦੀ ਭੋਜਨ ਜਿਹੜਾ ਹੈ ਉਹ ਭਾਈ ਸਾਹਿਬ ਭਾਈ ਬੁੱਧੂ ਜੀ ਨੇ ਬਣਵਾਇਆ ਜੀ। ਹਾਂਜੀ। ਸਿੱਖ ਸੰਗਤ ਬਹੁਤੇ ਬੁਲਵਾਏ। ਦੂਰ ਦੂਰ ਤੱਕ ਭਾਈ ਬੁੱਧੂ ਜੀ ਨੇ ਸੱਦੇ ਭੇਜੇ, ਆਓ ਭਾਈ ਆਓ, ਮੇਰੇ ਘਰ ਪ੍ਰਸ਼ਾਦਾ ਛਕੋ, ਕਥਾ ਕੀਰਤਨ ਹੋਏਗਾ, ਜਿਵੇਂ ਆਮ ਸਿੱਖ ਘਰ 'ਚ ਸਮਾਗਮ ਕਰਦੇ ਆ। ਹਾਂਜੀ। ਪਾਂਤੇ ਪਾਂਤ ਬਣਾਏ ਬਿਠਾਏ। ਲਓ ਜੀ, ਫਿਰ ਪੰਗਤਾਂ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਬਿਠਾਇਆ ਗਿਆ। ਉਹ ਦਿਨ ਆ ਗਿਆ ਜੀ ਜਿੱਦਣ ਘਰ 'ਚ ਲੰਗਰ ਲੱਗਣਾ ਹੈ ਜੀ। ਹਾਂਜੀ। ਪ੍ਰਥਮ ਕੀਰਤਨ ਕੋ ਕਰਵਾਇਓ। ਲੰਗਰ ਤੋਂ ਪਹਿਲਾਂ ਕੀਰਤਨ ਹੋਇਆ ਜੀ। ਹੁਣ ਵੀ ਹੁੰਦਾ ਜੀ, ਗੁਰਸਿੱਖਾਂ ਦੇ ਘਰਾਂ 'ਚ ਮਰਜ਼ਾਦਾ ਜੀ ਹੈ। ਗਾਏ ਰਬਾਬੀ ਸ਼ਬਦ ਸੁਨਾਇਓ। ਰਬਾਬੀਆਂ ਨੇ ਬਹੁਤ ਸੋਹਣਾ ਕੀਰਤਨ ਕੀਤਾ। ਸੰਗਤਾਂ ਆਈਆਂ ਭਾਈ ਬੁੱਧੂ ਜੀ ਦੇ ਘਰ 'ਚ। ਭਾਈ ਬੁੱਧੂ ਜੀ ਬੜੇ ਪਿਆਰ ਨਾਲ ਸੇਵਾ 'ਚ ਲੱਗੇ ਨੇ। ਹਾਂਜੀ। ਘਰ ਅਰਦਾਸ ਵਰਤਾਏ ਆਹਾਰਾ। ਕੀਰਤਨ ਦਾ ਭੋਗ ਪਿਆ, ਅਰਦਾਸ ਹੋਈ ਜੀ। ਸੱਚੇ ਪਾਤਸ਼ਾਹ ਭਾਈ ਬੁੱਧੂ ਜੀ ਦਾ ਆਵਾ ਜਿਹੜਾ ਹੈ ਉਹ ਪੱਕਾ ਨਿਕਲੇ ਤੇ ਕਰਜ਼ੇ ਲੱਥ ਜਾਣ ਸਾਰੇ। ਇਹ ਅਰਦਾਸ ਹੋ ਕੇ ਲੰਗਰ ਵਰਤਣਾ ਸ਼ੁਰੂ ਹੋ ਗਿਆ ਜੀ। ਹਾਂਜੀ।
ਅਚਵਨ ਕੀਨ ਅਨੇਕ ਪ੍ਰਕਾਰਾ। ਲਓ ਜੀ ਸੰਗਤਾਂ ਨੇ ਬੜੇ ਤਰੀਕਿਆਂ ਦੇ ਨੇ ਚੌਲ ਪ੍ਰਸ਼ਾਦੇ ਸਬਜ਼ੀਆਂ ਸਲਾਦ ਲੱਡੂ ਮਠਿਆਈਆਂ ਪਕੌੜੇ ਬਣਾਏ ਸੀਗੇ ਜੀ। ਉਹ ਸਭ ਕੁਝ ਵਰਤ ਰਿਹਾ ਜੀ। ਹਾਂਜੀ ਤ੍ਰਿਪਤ ਭਈ ਸਭ ਸੰਗਤ ਆਛੈ। ਸਾਰੀਆਂ ਸੰਗਤਾਂ ਨੇ ਰੱਜ ਕੇ ਪ੍ਰਸ਼ਾਦਾ ਛਕਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਜਦੋਂ ਰੱਜ ਕੇ ਪ੍ਰਸ਼ਾਦਾ ਛਕ ਲਿਆ ਏਕ ਸਿੱਖ ਚਲ ਆਇਓ ਪਾਛੈ। ਅਰਦਾਸ ਹੋਣ ਲੱਗ ਪਈ ਜੀ। ਉਧਰੋਂ ਇੱਕ ਸਿੱਖ ਆਇਆ, ਉਹਦੇ ਕੱਪੜੇ ਵੀ ਮਾੜੇ ਜੇ, ਉਹਦਾ ਰੰਗ ਵੀ ਨਹੀਂ ਸਾਫ਼ ਬਹੁਤਾ, ਮਾੜੇ ਜੇ ਕੱਪੜੇ ਮਾੜਾ ਜਿਹਾ ਸਰੀਰ ਜੀ। ਉਹ ਰਹਿ ਗਿਆ ਸਿੱਖ, ਉਹ ਪਿੱਛੋਂ ਆਇਆ ਜੀ। ਹਾਂਜੀ ਕਰੀ ਜਾਚਨਾ ਦੇਹੋ ਆਹਾਰੇ। ਉਹਨੇ ਭਾਈ ਬੁੱਧੂ ਜੀ ਨੂੰ ਆਖਿਆ ਵੀ ਮੈਨੂੰ ਵੀ ਪ੍ਰਸ਼ਾਦਾ ਛਕਾਓ। ਹਾਂਜੀ ਗੁਰ ਹਿਤ ਤੇ ਕੀਨਸ ਤੈ ਤਿਆਰੇ। ਵੀ ਤੂੰ ਗੁਰੂ ਸਾਹਿਬ ਦੀ ਖੁਸ਼ੀ 'ਚ ਲੰਗਰ ਲਾਇਆ। ਚੇਤਾ ਰੱਖਿਓ ਕਿਸੇ ਦਾ ਵਿਆਹ ਹੋਵੇ ਨਾ, ਵਿਆਹ ਉਹਦੀ ਮਰਜ਼ੀ ਹੈ, ਉਹ ਜਿਹਨੂੰ ਸੱਦੇ ਜਿਹਨੂੰ ਨਾ ਸੱਦੇ ਜੀ। ਕਿਸੇ ਦੇ ਪੁੱਤ ਦਾ ਜਨਮ ਦਿਨ ਹੋਵੇ, ਉਹਦੀ ਮਰਜ਼ੀ ਹੈ, ਉਹ ਕਿਸੇ ਨੂੰ ਸੱਦੇ ਕਿਸੇ ਨੂੰ ਨਾ ਸੱਦੇ। ਪਰ ਜਦੋਂ ਗੁਰੂ ਦੇ ਹਿੱਤ ਬੰਦਾ ਲੰਗਰ ਲਾਉਂਦਾ ਹੈ ਨਾ, ਫਿਰ ਜਿਹੜਾ ਮਰਜ਼ੀ ਆ ਕੇ ਛਕ ਸਕਦਾ ਹੈ ਜੀ। ਹਾਂਜੀ ਫਿਰ ਕਿਸੇ ਦੇ ਸੱਦੇ ਦੀ ਲੋੜ ਨਹੀਂ ਹੁੰਦੀ ਜੀ। ਫਿਰ ਜਿਹੜਾ ਮਰਜ਼ੀ ਜਾਵੇ, ਜੋ ਮਰਜ਼ੀ ਛਕੇ ਜੀ। ਭਾਈ ਉਹ ਸਿੱਖ ਦਾ ਨਾਮ ਭਾਈ ਲੱਖੂ ਹੈ ਜੀ। ਜਿਹੜਾ ਸਿੱਖ ਰਹਿ ਗਿਆ ਸੀ ਆਇਆ, ਉਹ ਕਹਿਣ ਲੱਗਾ ਤੂੰ ਮਹਾਰਾਜ ਵਾਸਤੇ ਲੰਗਰ ਲਾਇਆ। ਹਾਂਜੀ ਕਹਿਤ ਭਇਓ ਅਬ ਵਰਤਿਓ ਸਾਰੋ। ਤੇ ਭਾਈ ਬੁੱਧੂ ਜੀ ਨੇ ਪਤਾ ਕੀ ਆਖਿਆ? ਕਹਿੰਦੇ ਹੁਣ ਤੇ ਵਰਤ ਗਿਆ ਲੰਗਰ ਸਾਰਾ। ਗੱਜ ਕੇ ਆਖੋ ਵਾਹਿਗੁਰੂ। ਪੂਰਬ ਆਵਤ ਕਰਤ ਆਹਾਰੋ। ਤੇ ਬੰਦਾ ਕਹਿ ਹੀ ਦਿੰਦਾ ਖਿਜਿਆ ਵੀ ਤੂੰ ਪਹਿਲਾਂ ਆ ਜਾਂਦਾ। ਕਹਿੰਦੇ ਭਾਈ ਬੁੱਧੂ ਜੀ ਕਹਿੰਦੇ ਤੂੰ ਪਹਿਲਾਂ ਆ ਜਾਂਦਾ, ਹੁਣ ਤੇ ਲੰਗਰ ਖਤਮ ਹੋ ਗਿਆ, ਵਰਤ ਗਿਆ ਸਭ ਕੁਝ। ਹਾਂਜੀ ਸਭ ਸੰਗਤ ਨੇ ਹੱਥ ਪਖਾਰੇ। ਹੁਣ ਤੇ ਪੰਗਤਾਂ ਵੀ ਉੱਠ ਗਈਆਂ, ਸਭਨਾਂ ਨੇ ਹੱਥ ਧੋਲੇ ਆ। ਹਾਂਜੀ ਖਰੋ ਹੋਏ ਅਰਦਾਸ ਉਚਾਰੇ। ਤੇ ਅਰਦਾਸ ਹੋ ਰਹੀ ਹੈ ਤੇ ਅੰਦਰੋਂ ਅਰਦਾਸ ਦੀ ਆਵਾਜ਼ ਬਾਹਰ ਆਵੇ ਜੀ। ਹਾਂਜੀ ਅੰਦਰ ਸਿੱਖ ਅਰਦਾਸ ਕਰਨ ਦੇ ਸਾਰੇ ਰਲ ਕੇ, ਬਾਹਰ ਇੱਕ ਸਿੱਖ ਇਕੱਲਾ ਖਲੋਤਾ ਜੀ। ਹਾਂਜੀ ਸ਼੍ਰੀ ਸਤਿਗੁਰ ਬੁੱਧੂ ਸਿੱਖ ਤੇਰੋ। ਭੋਜਨ ਸਿੱਖ ਅਚਾਏ ਕਨੇਰੋ। ਰਸ ਪਚਾਵਾ ਆਏ ਇਸੀ ਕੋ। ਤੁਮ ਕਰੁਣਾ ਤੇ ਪਗ ਕਹਿ ਨੀਕੋ। ਅੰਦਰ ਅਰਦਾਸ ਹੋ ਰਹੀ। ਮਹਾਰਾਜ ਭਾਈ ਬੁੱਧੂ ਨੇ ਸੰਗਤਾਂ ਨੂੰ ਪ੍ਰਸ਼ਾਦਾ ਛਕਾਇਆ। ਭਾਈ ਬੁੱਧੂ ਦਾ ਆਵਾ ਪੱਕਾ ਨਿਕਲੇ। ਹਾਂਜੀ ਸੁਨ ਸਿੱਖ ਲੱਖੂ ਊਚ ਉਬਾਚਾ। ਉਧਰੋਂ ਅੰਦਰ ਇਹ ਅਰਦਾਸ ਹੋ ਰਹੀ, ਬਾਹਰ ਭਾਈ ਲੱਖੂ ਜੀ ਨੂੰ ਪ੍ਰਸ਼ਾਦਾ ਨਹੀਂ ਦਿੱਤਾ ਜੀ। ਹਾਂਜੀ ਭਾਈ ਲੱਖੂ ਜੀ ਨੂੰ ਪ੍ਰਸ਼ਾਦਾ ਨਹੀਂ ਮਿਲਿਆ। ਭਾਈ ਲੱਖੂ ਜੀ ਉੱਚੀ ਨਾਲ ਹੀ ਨਾ ਬਾਹਰ ਖਲੋਤੇ ਬਚਨ ਛੱਡ ਦਿੱਤਾ ਜੀ ਉਹਨਾਂ ਨੇ। ਹਾਂਜੀ ਬੁੱਧੂ ਰਹਿਓ ਪਚਾਵਾ ਕਾਚਾ। ਅੰਦਰੋਂ ਅਰਦਾਸ ਹੋ ਰਹੀ, ਮਹਾਰਾਜ ਬੁੱਧੂ ਦਾ ਆਵਾ ਪੱਕਾ ਨਿਕਲੇ। ਬਾਹਰ ਖਲੋਤੇ ਭਾਈ ਲੱਖੂ ਜੀ ਕਹਿੰਦੇ ਬੁੱਧੂ ਤੇਰਾ ਆਵਾ ਕੱਚਾ ਹੀ ਰਹੇਗਾ। ਗੱਜ ਕੇ ਆਖੋ ਵਾਹਿਗੁਰੂ। ਕੱਚਾ ਹੀ ਰਹੇਗਾ ਬੱਚੂ, ਪ੍ਰਸ਼ਾਦਾ ਨਹੀਂ ਨਾ ਛਕਾਇਆ। ਚੇਤਾ ਰੱਖਿਓ ਗੁਰੂ ਨੂੰ ਮਨਾਵੇ, ਸਿੱਖ ਨੂੰ ਧੱਕੇ ਮਾਰੇ, ਜਿੱਥੇ ਮਰਜ਼ੀ ਚਲ ਜੇ, ਗੁਰੂ ਨੇ ਵੀ ਨਹੀਂ ਤੇ ਖੁਸ਼ ਹੋਣਾ ਜੀ। ਹਾਂਜੀ ਹੇਰ ਸ਼ੁਦਾਤੁਰ ਦੇ ਨਾ ਆਹਾਰਾ। ਭੁੱਖਾ ਵੇਖ ਕੇ ਮੈਨੂੰ ਪ੍ਰਸ਼ਾਦਾ ਨਹੀਂ ਤੂੰ ਦਿੱਤਾ, ਕਹਿਣ ਲੱਗੇ ਮੈਨੂੰ ਤੇ ਲੰਗਰ ਛਕਾਇਆ ਹੀ ਨਹੀਂ। ਨਹਿ ਪਾਕਹਿ ਪਾ ਦੋਸ਼ ਉਦਾਰਾ। ਇਹ ਦੋਸ਼ ਹੈ, ਤੂੰ ਪਾਪ ਕੀਤਾ। ਜਾ ਜਿੱਥੇ ਮਰਜ਼ੀ ਜ਼ੋਰ ਲਾ ਲਾ, ਆਵਾ ਕੱਚਾ ਹੀ ਰਹੇਗਾ, ਕਹਿਣ ਲੱਗੇ। ਹੁਣ ਸੰਗਤ ਨੇ ਤੇ ਕੀਤੀ ਅਰਦਾਸ, ਤੇ ਭਾਈ ਬੁੱਧੂ ਜੀ ਨੇ ਅਰਦਾਸ ਨਹੀਂ ਕੀਤੀ ਜੀ, ਉਹਨਾਂ ਬਚਨ ਛੱਡਿਆ ਜੀ। ਉਹਨਾਂ ਬਚਨ ਛੱਡ ਦਿੱਤਾ ਜੀ। ਹਾਂਜੀ ਸੁਨ ਬੁੱਧੂ ਲੱਖੂ ਸੰਗ ਕਹੈ। ਬੜਾ ਨਵੀਨ ਸਿੱਖ ਤੂੰ ਆਹੈ। ਤੇ ਭਾਈ ਬੁੱਧੂ ਅੱਗੋਂ ਭਾਈ ਲੱਖੂ ਨੂੰ ਕਹਿਣ ਲੱਗਾ ਤੂੰ ਵੱਡਾ ਸਿੱਖ ਆਇਆ, ਕਹਿਣ ਲੱਗੇ। ਆਪਾਂ ਵੀ ਕਹਿੰਦੇ ਨਾ ਤੂੰ ਬਹੁਤਾ ਹੀ ਵੱਡਾ ਹੈ। ਭਾਈ ਸਾਹਿਬ ਨੇ ਵੀ ਇੰਜ ਕਹਿ ਦਿੱਤਾ ਅੱਗੋਂ। ਹਾਂਜੀ ਮਮ ਕਾਰਜ ਹਿਤ ਗੁਰੂ ਉਬਾਚਾ। ਪਕਹੇ ਪਜਾਵਾ ਰਹਿ ਨਾ ਕਾਚਾ। ਉਹ ਮੇਰੇ ਕਾਰਜ ਬਾਰੇ ਤੇ ਗੁਰੂ ਸਾਹਿਬ ਨੇ ਬਚਨ ਕੀਤਾ ਵੀ ਆਵਾ ਪੱਕਾ ਨਿਕਲੇਗਾ। ਤੂੰ ਕੌਣ ਹੋ ਗਿਆ ਕੱਚਾ ਕੱਢਣ ਵਾਲਾ ਆਵਾ?
ਹਾਂਜੀ। ਐਸੋ ਕੋਨ ਜੋ ਬਾਚ ਮਿਟਾਵੈ, ਗੁਰ ਕੋ ਕਹਿਓ ਸਦਾ ਸਫਲਾਵੈ। ਇਹੋ ਜਿਹਾ ਕੌਣ ਉੱਠ ਗਿਆ ਜਿਹੜਾ ਗੁਰੂ ਦੇ ਬਚਨ ਨੂੰ ਵੀ ਹਟਾ ਦੇਵੇ। ਮਹਾਰਾਜ ਨੇ ਕਿਹਾ, ਸੰਗਤਾਂ ਅਰਦਾਸ ਕਰਤੀ, ਤੇਰੇ ਆਖਿਆਂ ਹੀ ਆਵਾ ਕੱਚਾ ਨਿਕਲਣਾ। ਹਾਂਜੀ। ਭੋਜਨ ਸਮੇਂ ਨ ਪਹੁੰਚਿਓ ਆਪ। ਇੱਕ ਤੇ ਪ੍ਰਸ਼ਾਦੇ ਦੇ ਸਮੇਂ ਨਹੀਂ ਆਇਆ, ਲੰਗਰ ਦੇ ਸਮੇਂ ਨਹੀਂ ਆਇਆ। ਹਾਂਜੀ। ਕ੍ਰੋਧ ਕਰੇ ਹਮ ਦੇ ਤੋ ਸਰਾਪ। ਉੱਤੋਂ ਕ੍ਰੋਧ ਕਰ ਕਰਕੇ ਸਰਾਪ ਦਿੰਦਾ ਫਿਰਦਾ ਸਾਨੂੰ, ਕਹਿੰਦੇ। ਭਾਈ ਬੁੱਧੂ ਜੀ ਚੁੱਪ ਹੀ ਰਹੇ ਜੀ। ਵਾਹਿਗੁਰੂ ਭਾਈ ਲੱਖੂ ਜੀ। ਹਾਂਜੀ। ਹਮ ਭੀ ਹੈ ਗੁਰ ਸਿੱਖ ਮਹਾਨੇ, ਹਾਂਜੀ। ਨਹਿ ਭੋਜਨ ਦੇ ਕਰ ਤ੍ਰਿਪਤਾਨੇ। ਹਾਂਜੀ। ਰਹਿ ਪਚਾਵਾ ਕਾਚਾ ਜਾਨ, ਹੂੰ। ਇਮ ਕਹਿ ਸਿੱਖ ਕੀਨ ਪ੍ਰਸਥਾਨ। ਉਹ ਜਦੋਂ ਭਾਈ ਬੁੱਧੂ ਨੇ 2-4 ਵਾਰ ਗੱਲ ਆਖੀ ਨਾ, ਤੂੰ ਵੱਡਾ ਸਿੱਖ ਆਇਆ, ਤੇ ਫਿਰ ਭਾਈ ਲੱਖੂ ਨੇ ਗੱਲ ਕਹਿ ਹੀ ਦਿੱਤੀ। ਕਹਿੰਦੇ ਸੁਣ, ਕੱਲਾ ਤੂੰ ਨਹੀਂ ਗੁਰੂ ਦਾ ਸਿੱਖ, ਠੀਕ ਹੈ, ਤੇਰੇ ਕੋਲ ਮਾਇਆ ਹੈਗੀ ਹੈ, ਅਸੀਂ ਵੀ ਸਿੱਖ ਹੁੰਨੇ ਆ। ਕਹਿਣ ਲੱਗੇ, ਅਸੀਂ ਵੀ ਉਸੇ ਗੁਰੂ ਦੇ ਸਿੱਖ ਹਾਂ ਜਿਹੜਾ ਤੂੰ ਹੈ। ਸਾਨੂੰ ਤੇ ਪ੍ਰਸ਼ਾਦਾ ਛਕਾ ਕੇ ਤੂੰ ਰਜਾਇਆ ਨਹੀਂ, ਤੇ ਤਾਂ ਰੱਖ ਜਿੱਥੇ ਮਰਜ਼ੀ ਤੁਰਿਆ ਫਿਰ, ਆਵਾ ਤੇ ਕੱਚਾ ਹੀ ਨਿਕਲੇਗਾ। ਇਹ ਬਚਨ ਕਹਿ ਕੇ ਤੇ ਭਾਈ ਲੱਖੂ ਜੀ ਉੱਥੋਂ ਨਿਕਲ ਗਏ ਜੀ। ਅੱਗੋਂ ਕੱਲ ਨੂੰ ਸੁਣਾਂਗੇ ਕੀ ਬਣਿਆ। ਇੱਕ ਗੱਲ ਚੇਤਾ ਰੱਖਿਓ, ਕੋਈ ਨਹੀਂ ਪਤਾ ਕਿਹੜਾ ਕਮਾਈ ਵਾਲਾ ਤੇ ਕਿਹਦੀ ਕਿੰਨੀ ਕਮਾਈ ਹੈ ਜੀ। ਹਾਂਜੀ। ਖਾਸ ਕਰਕੇ ਜਦੋਂ ਲੰਗਰ ਵਰਤ ਰਿਹਾ ਹੋਵੇ, ਬੰਦਾ ਕੁਝ ਵੰਡ ਰਿਹਾ ਹੋਵੇ, ਤੇ ਕਿਸੇ ਨਾਲ ਬੇਨਿਆਈ ਜੀ ਕਰ ਦਵੇ, ਕੋਈ ਪਤਾ ਥੋੜ੍ਹੀ ਹੈਗਾ ਜੀ ਕਿਹਦੀ ਕਿੰਨੀ ਕਮਾਈ ਹੈ। ਸਾਡੀ ਕਿਹੜੀ ਦਿਵ ਦ੍ਰਿਸ਼ਟੀ ਹੈ ਜੀ? ਗੱਜ ਕੇ ਆਖੋ ਵਾਹਿਗੁਰੂ। ਸਾਡੀ ਕਿਹੜੀ ਦਿਵ ਦ੍ਰਿਸ਼ਟੀ ਹੈ? ਦਿਵ ਦ੍ਰਿਸ਼ਟੀ ਵਾਲਿਆਂ ਨੂੰ ਪਤਾ ਲੱਗਦਾ ਹੈ ਜੀ। ਹਾਂਜੀ। ਗੁਰੂ ਸਾਹਿਬ ਨੂੰ ਪਤਾ ਹੈ ਲੱਖੂ ਦੀ ਕਮਾਈ ਬਹੁਤ ਹੈ। ਉੱਥੇ ਤੇ ਕਮਾਈ ਦੀ ਗੱਲ ਚੱਲਣੀ ਹੈ, ਭਜਨ ਦੀ ਗੱਲ ਚੱਲਣੀ ਹੈ, ਕਿਹੜਾ ਕਿੰਨੀ ਨੇੜੇ ਹੈ। ਚੇਤਾ ਰੱਖੋ, ਕਿਸੇ ਮੰਤਰੀ ਦੇ ਕੋਲ ਕਿਸੇ ਨੇ ਸਿਫਾਰਿਸ਼ ਕਰਨੀ ਹੈ। ਹਾਂਜੀ। ਇੱਕ ਪਿੰਡ ਦੇ ਬੰਦੇ ਇਕੱਠੇ ਹੋ ਕੇ ਆਏ ਹੈ ਜੀ, ਮੰਤਰੀ ਜੀ ਸਾਡਾ ਇਹ ਕੰਮ ਕਰ ਦਿਓ। ਹਾਂਜੀ। ਤੇ ਇੱਕ ਬੰਨੇ ਮੰਤਰੀ ਦਾ ਬੜਾ ਹੀ ਖਾਸ ਬੰਦਾ, ਜਿਹੜਾ ਬਹੁਤ ਉਹਦੇ ਨੇੜੇ ਹੈ ਜੀ। ਹਾਂਜੀ। ਜਿਹੜਾ ਬਹੁਤਾ ਹੀ ਨੇੜੇ ਹੈ, ਤੇ ਉਹ ਫਿਰ ਮੰਤਰੀ ਨੂੰ ਕਹਿੰਦਾ ਨਹੀਂ ਨਹੀਂ, ਇਹ ਕੰਮ ਇੰਝ ਨਹੀਂ ਕਰਨਾ। ਤੇ ਇੱਕ ਪਿੰਡ ਵਾਲੇ ਭਾਵੇਂ ਬੋਲਦੇ ਰਹਿਣ, ਉਹਨੇ ਤਾਂ ਨੇੜੇ ਵਾਲੇ ਦੀ ਸੁਣਨੀ ਨਾ ਜੀ। ਇਸ ਕਰਕੇ ਪਤਾ ਨਹੀਂ ਹੁੰਦਾ ਕੌਣ ਮਹਾਰਾਜ ਦੇ ਨੇੜੇ ਹੈ। ਉੱਥੇ ਤੇ ਨੇੜੇ ਵਾਲਿਆਂ ਦੀ ਗੱਲ ਸੁਣੀ ਜਾਂਦੀ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਅਸੀਂ ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਪ੍ਰੇਮ ਕਰੀਏ, ਮਹਾਰਾਜ ਸੱਚੇ ਪਾਤਸ਼ਾਹ ਦੇ ਗੁਣ ਗਾਇਆ ਕਰੀਏ, ਤੇ ਮਹਾਰਾਜ ਦੇ ਸਿੱਖਾਂ ਦੀ ਸੇਵਾ ਕਰਿਆ ਕਰੀਏ। ਐਸਾ ਵਰ ਮਹਾਰਾਜ ਸਾਨੂੰ ਵੀ ਦੇਣ। ਆਓ ਪ੍ਰੇਮ ਨਾਲ ਸਾਰੇ ਕਹੋ ਫਿਰ ਖਿਮਾ ਮੰਗੀਏ। ਵਾਹਿਗੁਰੂ 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 ਵਾਹਿਗੁਰੂ। ਸੱਚੇ ਪਾਤਸ਼ਾਹ ਮਿਹਰ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।